Hello friends, welcome to on my YouTube channel Be Educational Winners। ਫਰੈਂਡਸ ਅੱਜ ਅਸੀਂ ਸਿਵਿਕਸ ਦਾ ਬਹੁਤ ਹੀ ਇੰਪੋਰਟੈਂਟ ਟੌਪਿਕ ਕਰਨ ਜਾ ਰਹੇ ਹਾਂ, ਰਾਜ ਤੇ ਨੀਤੀ ਦੇ ਨਿਰਦੇਸ਼ਕ ਸਿਧਾਂਤ। ਫਰੈਂਡਸ ਬਹੁਤ ਹੀ ਇੰਪੋਰਟੈਂਟ ਟੌਪਿਕ ਹੈ। ਜੇਕਰ ਪੇਪਰ ਵਿੱਚ ਇਸ ਦਾ ਆਰਟੀਕਲ ਪੁੱਛਿਆ ਜਾਵੇ ਤਾਂ 36 ਤੋਂ 51 ਤੱਕ ਸਾਡੇ ਜੋ ਇਹ ਨਿਰਦੇਸ਼ਕ ਸਿਧਾਂਤ ਹਨ ਇਹ ਸੰਵਿਧਾਨ ਦੇ ਵਿੱਚ ਦਰਜ ਹਨ। ਤੇ ਭਾਗ ਕਿਹੜੇ ਵਿੱਚ ਦਰਜ ਹਨ? ਭਾਗ ਇਸ ਦਾ ਹੈ 4। ਇਸ ਤੋਂ ਪਹਿਲਾਂ ਦੀਆਂ ਵੀਡੀਓਜ਼ ਦੇ ਵਿੱਚ ਅਸੀਂ ਜੋ ਫੰਡਾਮੈਂਟਲ ਰਾਈਟਸ ਕਰ ਚੁੱਕੇ ਹਾਂ ਜੋ ਕਿ ਸੰਵਿਧਾਨ ਦੇ ਭਾਗ 3 ਦੇ ਵਿੱਚ ਦਰਜ ਹਨ। ਸੋ ਬਹੁਤ ਸਾਰੀਆਂ ਸਿਵਿਕਸ ਨਾਲ ਰਿਲੇਟਡ ਵੀਡੀਓਜ਼ ਕਰ ਚੁੱਕੇ ਹਾਂ। ਫਰੈਂਡਸ ਜੇਕਰ ਤੁਸੀਂ ਮੇਰੇ ਇਸ ਚੈਨਲ ਤੇ ਨਵੇਂ ਹੋ ਤਾਂ ਹੋਰ ਵੀਡੀਓਜ਼ ਦੇ ਲਈ ਪ੍ਰੀਵੀਅਸ ਵੀਡੀਓਜ਼ ਦੇ ਲਈ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਬੈਲ ਆਈਕਨ ਨੂੰ ਪ੍ਰੈਸ ਜ਼ਰੂਰ ਕਰਨਾ ਹੈ ਫਰੈਂਡਸ, ਤਾਂ ਜੋ ਤੁਸੀਂ ਲੇਟੈਸਟ ਵੀਡੀਓ ਦੀ ਨੋਟੀਫਿਕੇਸ਼ਨ ਜੋ ਹੈ ਉਹ ਲੈ ਸਕੋ। ਸੋ ਬਹੁਤ ਹੀ ਇੰਪੋਰਟੈਂਟ ਵੀਡੀਓ ਹੋਏਗੀ ਅੱਜ ਦੀ ਜੋ ਇੰਪੋਰਟੈਂਟ ਟੌਪਿਕ ਤੇ ਸੀਟੈਟ ਪੀਐਸਟੈਟ ਈਟੀਟੀ ਮਾਸਟਰ ਕਾਰਡ ਤੇ ਹੋਰ ਕੰਪੀਟੀਟਿਵ ਐਗਜ਼ਾਮ ਦੇ ਲਈ ਜੋ ਕੈਂਡੀਡੇਟ ਜੋ ਕੰਪੀਟੀਟਿਵ ਐਗਜ਼ਾਮ ਦਿੰਦੇ ਹਨ ਉਸ ਦੇ ਵਿੱਚ ਜੀਕੇ ਦੇ ਵਿੱਚ ਸਿਵਿਕਸ ਦਾ ਬਹੁਤ ਹੀ ਇੰਪੋਰਟੈਂਟ ਜੋ ਰੋਲ ਹੁੰਦਾ ਹੈ, ਬਹੁਤ ਇੰਪੋਰਟੈਂਟ ਫੈਕਟ ਪੁੱਛੇ ਜਾਂਦੇ ਹਨ। ਸੋ ਸਾਰਿਆਂ ਦੇ ਲਈ ਜੋ ਕੈਂਡੀਡੇਟ ਹਨ ਉਹਨਾਂ ਦੇ ਲਈ ਵੀਡੀਓ ਜੋ ਹੋਏਗੀ ਬਹੁਤ ਇੰਪੋਰਟੈਂਟ ਹੋਏਗੀ। ਸੋ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਇਸ ਦੇ ਬਾਰੇ ਜਾਣਾਂਗੇ ਕਿ ਜੋ ਨੀਤੀ ਦੇ ਨਿਰਦੇਸ਼ਕ ਸਿਧਾਂਤ ਹਨ ਉਹ ਕਿਸ ਦੇਸ਼ ਤੋਂ ਅਪਣਾਏ ਗਏ ਹਨ, ਕਿਉਂਕਿ ਇਸ ਤਰ੍ਹਾਂ ਦੇ ਜੋ ਓਬਜੈਕਟਿਵ ਟਾਈਪ ਕੁਐਸਚਨ ਇਸ ਤਰ੍ਹਾਂ ਦੇ ਪਹਿਲਾਂ ਪੁੱਛੇ ਜਾਂਦੇ ਹਨ ਕਿ ਜੋ ਰਾਜ ਦੇ ਨੀਤੀ ਦੇ ਨਿਰਦੇਸ਼ਕ ਸਿਧਾਂਤ ਹਨ ਕਿਸ ਦੇਸ਼ ਤੋਂ ਲਏ ਗਏ ਹਨ, ਤਾਂ ਆਇਰਲੈਂਡ ਦੇਸ਼ ਤੋਂ ਜੋ ਹੈ ਜੋ ਰਾਜ ਦੇ ਨੀਤੀ ਦੇ ਨਿਰਦੇਸ਼ਕ ਸਿਧਾਂਤ ਹਨ ਉਹ ਲਏ ਗਏ ਹਨ। ਸਭ ਤੋਂ ਪਹਿਲੀ ਗੱਲ ਆਇਰਲੈਂਡ ਦੇਸ਼ ਤੋਂ ਜੋ ਹੈ ਅਪਣਾਏ ਗਏ ਹਨ। ਇਹ ਜੋ ਸਾਡੇ ਇੰਡੀਅਨ ਕੌਂਸਟੀਟਿਊਸ਼ਨ ਦੇ ਵਿੱਚ ਜੋ ਸ਼ਾਮਿਲ ਕੀਤੇ ਗਏ ਇਹ ਨਿਰਦੇਸ਼ਕ ਸਿਧਾਂਤ ਹਨ, ਆਇਰਲੈਂਡ ਤੋਂ ਲਏ ਗਏ ਹਨ। ਠੀਕ ਹੈ, ਇਸ ਦੇ ਨਾਲ ਹੀ ਜੋ ਇਸ ਦਾ ਆਰਟੀਕਲ ਹੈ 36 ਤੋਂ 51 ਤੱਕ ਤੇ ਭਾਗ ਕਿੰਨਵਾਂ ਹੈ? ਭਾਗ ਹੈ ਚੌਥਾ। ਫਰੈਂਡਸ ਹੁਣ ਦੇਖਿਆ ਜਾਵੇ ਜੋ ਰਾਜ ਤੇ ਨੀਤੀ ਦੇ ਨਿਰਦੇਸ਼ਕ ਸਿਧਾਂਤ ਹਨ ਇਹ ਜੋ ਭਾਗ 4 ਦੇ ਵਿੱਚ ਦਰਜ ਕੀਤੇ ਗਏ ਹਨ, ਤਾਂ ਜੋ ਫੰਡਾਮੈਂਟਲ ਰਾਈਟਸ ਹਨ ਉਹ ਭਾਗ 3 ਦੇ ਵਿੱਚ ਦਰਜ ਕੀਤੇ ਗਏ ਹਨ। ਸੋ ਇਸ ਨੂੰ ਜੋ ਹੈ 3 ਤੇ 4 ਭਾਗਾਂ ਦੇ ਵਿੱਚ ਜੋ ਸ਼ਾਮਿਲ ਕੀਤਾ ਗਿਆ ਹੈ। ਇਹ ਰਾਜ ਦੇ ਜੋ ਨੀਤੀ ਦੇ ਨਿਰਦੇਸ਼ਕ ਸਿਧਾਂਤ ਹਨ ਫਰੈਂਡਸ ਇਹ ਇਸ ਦਾ ਸਿਰਫ ਫੰਡਾਮੈਂਟਲ ਰਾਈਟਸ ਦੀ ਤਰ੍ਹਾਂ ਹੀ ਇੱਕ ਹਨ, ਪਰ ਇਹ ਚੀਜ਼ ਇੱਕ ਡਿਫਰੈਂਸ ਇਸ ਦੇ ਵਿੱਚ ਇਹ ਦੇਖਣ ਨੂੰ ਮਿਲਦਾ ਹੈ ਕਿ ਇਹ ਨੌਨ ਜਸਟਿਸੇਬਲ ਹਨ। ਠੀਕ ਹੈ, ਇਸ ਨੂੰ ਜੋ ਹੈ ਇਸ ਦੀ ਕੋਈ ਕੰਪਲਸ਼ਨ ਨਹੀਂ ਹੈ ਕਿ ਇਹ ਜੋ ਹੈ ਮੌਲਿਕ ਅਧਿਕਾਰਾਂ ਦੀ ਤਰ੍ਹਾਂ ਜੋ ਨਿਰਦੇਸ਼ਕ ਸਿਧਾਂਤ ਹਨ ਇਹ ਜੋ ਲੋਕਾਂ ਤੱਕ ਪਹੁੰਚਣਗੇ, ਸਰਕਾਰ ਇਹਨਾਂ ਨੂੰ ਦੇਏਗੀ ਜਾਂ ਨਹੀਂ ਦੇਏਗੀ, ਇਸ ਨੂੰ ਜੋ ਹੈ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ। ਠੀਕ ਹੈ, ਜੋ ਵੀ ਇਸ ਦੇ ਵਿੱਚ ਸ਼ਾਮਿਲ ਹੋਣਗੇ, ਇਸ ਦੇ ਵਿੱਚ ਜੋ ਵੀ ਆਰਟੀਕਲ ਦੇ ਵਿੱਚ ਜੋ ਵੀ ਚੀਜ਼ਾਂ ਸ਼ਾਮਿਲ ਕੀਤੀਆਂ ਗਈਆਂ ਹੋਣਗੀਆਂ ਉਹ ਇੱਕ ਸਰਕਾਰ ਦੀ ਜ਼ਿੰਮੇਵਾਰੀ ਹੈ। ਸਰਕਾਰ ਦਾ ਜੋ ਦੇਣਾ ਇੱਕ ਫਰਜ਼ ਹੈ, ਲੋਕਾਂ ਤੱਕ ਸੁਵਿਧਾਵਾਂ ਪਹੁੰਚਾਉਣਾ ਇੱਕ ਫਰਜ਼ ਹੈ। ਠੀਕ ਹੈ, ਪਰ ਕੀ ਹੈ ਜੇਕਰ ਇਹ ਸੁਵਿਧਾ ਸਰਕਾਰ ਨਾ ਦੇਵੇ, ਠੀਕ ਹੈ, ਕੁਝ ਕਾਰਨਾਂ ਕਰਕੇ ਫਾਈਨੈਂਸ਼ੀਅਲ ਨੀਡਸ ਜੋ ਘੱਟ ਹੋਣਗੀਆਂ ਜਾਂ ਫਾਈਨੈਂਸ਼ੀਅਲ ਰਿਸੋਰਸਿਸ ਘੱਟ ਹੋਣਗੀਆਂ, ਕੁਛ ਵੀ ਹੋਵੇ, ਸਰਕਾਰ ਇਹ ਜੋ ਸੁਵਿਧਾਵਾਂ ਹਨ ਜੋ ਇਹ ਕਾਨੂੰਨ ਹਨ ਜੋ ਇਸ ਦੇ ਵਿੱਚ ਪ੍ਰਾਵਧਾਨ ਦਿੱਤੇ ਗਏ ਲਾਗੂ ਨਾ ਕਰੇ ਤਾਂ ਇਸ ਨੂੰ ਜੋ ਹੈ ਨਿਆਂਪਾਲਿਕਾ ਦੇ ਵਿੱਚ ਜੋ ਅਦਾਲਤਾਂ ਦੇ ਵਿੱਚ ਜੋ ਹੈ ਇਸ ਨੂੰ ਚੁਣੌਤੀ ਨਹੀਂ ਦਿੱਤੀ ਜਾ ਸਕਦੀ। ਬਟ ਦੂਜੇ ਪਾਸੇ ਅਸੀਂ ਇੱਕ ਵੀਡੀਓ ਦੇ ਵਿੱਚ ਕੀਤਾ ਸੀ ਜੇਕਰ ਫੰਡਾਮੈਂਟਲ ਰਾਈਟਸ ਹੋਣਗੇ ਉਹਨਾਂ ਨੂੰ ਜੇ ਹਾਨੀ ਪਹੁੰਚਦੀ ਹੈ, ਉਹਨਾਂ ਨੂੰ ਜੇ ਕੋਈ ਉਲੰਘਣਾ ਕਰਦਾ ਹੈ ਉਹਨਾਂ ਦੀ, ਤਾਂ ਉਹਨੂੰ ਜੋ ਹੈ ਉੱਤੇ ਸੁਪਰੀਮ ਕੋਰਟ ਹਾਈ ਕੋਰਟ ਵਿੱਚ ਰਿਟ ਲੱਗ ਸਕਦੀ ਹੈ। 5 ਤਰ੍ਹਾਂ ਦੀਆਂ ਅਸੀਂ ਰਿਟਸ ਕੀਤੀਆਂ ਸੀ ਅਤੇ ਉਹ ਜੋ ਹੈ ਉਸ ਨੂੰ ਜੋ ਹੈ ਇੰਪੋਰਟੈਂਟ ਹੈ ਉਹ ਫੰਡਾਮੈਂਟਲ ਰਾਈਟਸ ਖੋਏ ਨਹੀਂ ਜਾ ਸਕਦੇ। ਪਰ ਇਹ ਜੋ ਹੈ ਇਸ ਦੇ ਵਿੱਚ ਕੀ ਹੈ, ਕੁਝ ਰਾਜ ਦੁਆਰਾ ਕੁਝ ਸਰਕਾਰ ਦੁਆਰਾ ਜੋ ਕਾਨੂੰਨ ਲਾਗੂ ਕੀਤੇ ਗਏ ਹਨ, ਜੋ ਸੁਵਿਧਾਵਾਂ ਲਾਗੂ ਕੀਤੀਆਂ ਗਈਆਂ ਹਨ ਜੋ ਕਿ ਸਰਕਾਰ ਉਸ ਨੂੰ ਦੇਣ ਦੇ ਯੋਗ ਹੈ ਜਾਂ ਨਹੀਂ ਹੈ ਇਹ ਉਸ 'ਤੇ ਡਿਪੈਂਡ ਹੈ। ਉਹ ਸਾਰਾ ਕੁਛ ਕਿਸ ਦੇ ਵਿੱਚ ਆਉਂਦਾ ਹੈ? ਰਾਜ ਦੇ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦੇ ਵਿੱਚ। ਕੋਈ ਰਾਜ ਕੈਪੇਬਲ ਹੈ, ਉਸ ਕੋਲ ਫਾਈਨੈਂਸ਼ੀਅਲ ਰਿਸੋਰਸ ਹਨ, ਉਹ ਦੇ ਵੀ ਸਕਦਾ ਹੈ। ਠੀਕ ਹੈ, ਕੋਈ ਰਾਜ ਜੋ ਹੈ ਉਹ ਫਾਈਨੈਂਸ਼ਲੀ ਨਹੀਂ ਅਫੋਰਡ ਕਰਦਾ ਇਹ ਸੁਵਿਧਾਵਾਂ, ਤਾਂ ਉਹ ਕੁਝ ਲਾਗੂ ਕਰ ਸਕਦਾ ਹੈ, ਕੁਝ ਨਹੀਂ ਵੀ ਕਰ ਸਕਦਾ। ਇਸ ਵਿੱਚ ਕੋਈ ਕਿਸੇ ਸਾਹਮਣੇ ਚੁਣੌਤੀ ਨਹੀਂ ਕੀਤੀ ਜਾ ਸਕਦੀ ਕਿ ਇਸ ਰਾਜ ਵਿੱਚ ਰਹਿੰਦਿਆਂ ਮੈਨੂੰ ਇਹ ਸੁਵਿਧਾਵਾਂ ਨਹੀਂ ਮਿਲੀਆਂ। ਸੋ ਠੀਕ ਹੈ, ਇਹ ਚੀਜ਼ਾਂ ਸਾਰੀਆਂ ਹੀ ਜੋ ਰਾਜ ਦੇ ਨੀਤੀ ਦੇ ਨਿਰਦੇਸ਼ਕ ਸਿਧਾਂਤ ਦੇ ਵਿੱਚ ਆਉਂਦੀਆਂ ਹਨ। ਸੋ ਤੁਸੀਂ ਇਸ ਨੂੰ ਯਾਦ ਰੱਖਣਾ ਹੈ। ਸੋ ਜਦੋਂ ਸੰਵਿਧਾਨ ਸਭਾ ਦਾ ਜੇਕਰ ਤੁਹਾਨੂੰ ਸਲਾਹਕਾਰ ਪੁੱਛ ਲਿਆ ਜਾਵੇ ਤਾਂ BN ਰਾਓ ਜੋ ਸੀ ਉਸ ਸਮੇਂ ਸੰਵਿਧਾਨ ਸਭਾ ਦੇ ਸਲਾਹਕਾਰ ਸਨ ਅਤੇ ਉਹਨਾਂ ਨੇ ਜੋ ਹੈ 2 ਟਾਈਪਸ ਆਫ ਫੰਡਾਮੈਂਟਲ ਰਾਈਟਸ ਦੀ ਗੱਲ ਕੀਤੀ ਸੀ ਜੋ ਸੰਵਿਧਾਨ ਲਾਗੂ ਹੋਣ ਤੋਂ ਤੁਰੰਤ ਬਾਅਦ ਸ਼ਾਮਲ ਹੋਏ ਸੀ। ਪਰ ਉਹ ਇਸ ਤਰ੍ਹਾਂ ਚਾਹੁੰਦੇ ਸਨ ਕਿ ਕੁਝ ਜੋ ਫੰਡਾਮੈਂਟਲ ਰਾਈਟਸ ਜਸਟਿਸੇਬਲ ਹੋਣ, ਕੁਝ ਨੋਨ ਜਸਟਿਸੇਬਲ ਹੋਣ। ਸੋ ਜੋ ਜਸਟਿਸੇਬਲ ਹੋਏ ਉਹ ਫੰਡਾਮੈਂਟਲ ਰਾਈਟਸ ਵਿੱਚ ਸਾਡੇ ਤੀਜੇ ਭਾਗ ਵਿੱਚ ਐਡ ਹੋ ਗਏ। ਜੋ ਨੋਨ ਜਸਟਿਸੇਬਲ ਸੀਗੇ ਰਾਜ ਦੇ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦੇ ਅਧੀਨ ਜੋ ਹੈ ਨਾਮ ਹੇਠ ਚੌਥੇ ਭਾਗ ਦੇ ਵਿੱਚ ਦਰਜ ਹੋ ਗਏ। ਸੋ ਤੁਸੀਂ ਇਸ ਕੰਸੈਪਟ ਨੂੰ ਜੋ ਹੈ ਕਲੀਅਰ ਕਰਦੇ ਜਾਣਾ ਹੈ। ਇਸ ਦੇ ਵਿੱਚ ਕੀ ਹੈ, ਇਸ ਦੇ ਵਿੱਚ 3 ਵਿਚਾਰਧਾਵਾਂ
ਵਿਚਾਰਧਾਰਾਵਾਂ ਦਾ ਸੁਮੇਲ ਦੇਖਣ ਨੂੰ ਮਿਲਦਾ ਹੈ। ਇੱਕ ਗਾਂਧੀਵਾਦੀ ਹੈ, ਸਮਾਜਵਾਦੀ ਹੈ ਤੇ ਕੁਝ ਉਦਾਰਵਾਦੀ ਹੈ। ਟਾਈਪਸ ਅਸੀਂ ਇਸ ਨੂੰ ਨਹੀਂ ਕਹਿ ਸਕਦੇ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦੇ, ਪਰ ਹਾਂ ਕੁਝ ਗੱਲਾਂ ਜੋ ਹਨ, ਕੁਝ ਵਧੀਆ ਜੋ ਰਾਜ ਦੀ ਬਿਹਤਰੀ ਦੇ ਲਈ, ਜੋ ਕਲਿਆਣਕਾਰੀ ਰਾਜ ਦੀ ਕਾਮਨਾ ਦੇ ਲਈ ਇੱਕ ਜੋ ਵਿਚਾਰਧਾਰਾਵਾਂ ਦੇ ਨਾਲ ਜੋ ਇਸ ਦੇ ਵਿੱਚ ਕੁਝ ਸ਼ਾਮਲ ਕੀਤੇ ਗਈਆਂ ਗੱਲਾਂ ਹਨ, ਉਹ ਗਾਂਧੀਵਾਦੀ, ਸਮਾਜਵਾਦੀ ਤੇ ਉਦਾਰਵਾਦੀ ਦੇ ਨਾਲ ਸੁਮੇਲ ਖਾਂਦੀਆਂ ਹਨ, ਉਸ ਦੇ ਨਾਲ ਜੋ ਹੈ ਰਿਲੇਟ ਕਰਦੀਆਂ ਹਨ। ਸੋ ਸਭ ਤੋਂ ਪਹਿਲਾਂ ਜੇਕਰ ਅਸੀਂ ਗੱਲ ਕਰੀਏ ਰਾਜ ਦੇ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦੀ, ਤਾਂ ਇਹ ਜੋ ਐਕਚੁਅਲ ਵਿੱਚ ਅਸੀਂ ਗੱਲ ਕਰੀਏ ਤਾਂ ਇਹ ਆਰਟੀਕਲ 38 ਤੋਂ ਸਟਾਰਟ ਹੁੰਦੇ ਹਨ, ਜੋ ਕਿ ਰਾਜ ਦੇ ਨੀਤੀ ਦੇ ਨਿਰਦੇਸ਼ਕ ਸਿਧਾਂਤ ਹਨ। ਠੀਕ ਹੈ, ਕਿਉਂਕਿ ਇਸ ਦੇ ਵਿੱਚ ਇਸ ਦੀ ਜੇਕਰ ਪੇਪਰ ਦੇ ਵਿੱਚ ਪੁੱਛਿਆ ਜਾਵੇ ਤਾਂ ਇਹ 36 ਤੋਂ ਲੈ ਕੇ 51 ਤੱਕ ਹੀ ਹਨ, ਪਰ 36 ਆਰਟੀਕਲ ਦੇ ਵਿੱਚ ਕੀ ਹੈ, ਰਾਜ ਦੀ ਪਰਿਭਾਸ਼ਾ ਦੱਸੀ ਗਈ ਹੈ। 37 ਦੇ ਵਿੱਚ ਕੀ ਹੈ, ਜੋ ਇਸ ਦੇ ਬਾਰੇ ਆਪਾਂ ਗੱਲ ਕਰ ਚੁੱਕੇ ਹਾਂ ਕਿ ਨਿਆਂ ਅਦਾਲਤਾਂ ਵਿੱਚ ਜੋ ਵੀ ਇਸ ਦੇ ਵਿੱਚ ਪ੍ਰਾਵਧਾਨ ਆਉਂਦੇ ਹਨ, ਉਹਨਾਂ ਨੂੰ ਜੋ ਹੈ ਚੁਣੌਤੀ ਨਹੀਂ ਦਿੱਤੀ ਜਾ ਸਕਦੀ। ਸੋ ਤੁਸੀਂ ਇਹਨਾਂ ਦੋਨਾਂ ਨੂੰ ਜੋ ਹੈ ਇੱਕ ਕੰਬਾਈਨ ਰੂਪ ਦੇ ਵਿੱਚ ਯਾਦ ਰੱਖਣਾ ਹੈ। 36 ਆਰਟੀਕਲ ਦੇ ਵਿੱਚ ਕੀ ਹੈ, 37 ਆਰਟੀਕਲ ਦੇ ਵਿੱਚ ਕੀ ਹੈ। 36 ਦੇ ਵਿੱਚ ਰਾਜ ਦੀ ਜੋ ਹੈ ਪਰਿਭਾਸ਼ਾ ਦਿੱਤੀ ਗਈ ਹੈ, ਅਤੇ 37 ਦੇ ਵਿੱਚ ਨਿਆਂ ਅਦਾਲਤਾਂ ਦੇ ਵਿੱਚ ਜੋ ਵੀ ਰਾਜ ਦੇ ਨੀਤੀ ਦੇ ਨਿਰਦੇਸ਼ਕ ਸਿਧਾਂਤ ਹਨ, ਇਹਨਾਂ ਨੂੰ ਚੁਣੌਤੀ ਨਹੀਂ ਦਿੱਤੀ ਜਾ ਸਕਦੀ। ਸੋ ਹੁਣ ਜੋ ਰੀਅਲ ਦੇ ਵਿੱਚ ਜੋ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ ਹਨ, ਉਹ ਸ਼ੁਰੂ ਹੁੰਦੇ ਹਨ 38 ਤੋਂ, ਲੇਕਿਨ ਜੋ ਆਰਟੀਕਲ ਹੈ 36 ਤੋਂ 51 ਤੱਕ ਹੈ, ਤੁਸੀਂ ਯਾਦ ਰੱਖਣਾ ਹੈ। ਜੇਕਰ ਅਸੀਂ ਇਸ ਨੂੰ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਨੂੰ ਯਾਦ ਰੱਖਣਾ ਹੈ ਤਾਂ ਅਸੀਂ ਦੇਖ ਸਕਦੇ ਹਾਂ ਕਿ 38 ਆਰਟੀਕਲ ਤੋਂ ਜੋ ਹੈ ਉਹ ਕਲੀਅਰਲੀ ਜੋ ਹੈ ਸਾਨੂੰ ਸਮਝ ਆਉਂਦੀ ਹੈ ਕਿ ਇਸ ਤੋਂ ਜੋ ਹੈ ਸਾਡੇ ਕੀ ਸਾਨੂੰ ਦੇਣਾ ਚਾਹੀਦਾ ਹੈ, ਸਰਕਾਰ ਨੂੰ ਕੀ ਪ੍ਰੋਵਾਈਡ ਕਰਨਾ ਚਾਹੀਦਾ, ਕਿਹੜੇ ਸਾਡੇ ਅਧਿਕਾਰ ਸਾਨੂੰ ਮਿਲਣੇ ਚਾਹੀਦੇ ਹਨ, ਕੀ ਚੀਜ਼ਾਂ ਸਾਡੀ ਬਿਹਤਰੀ ਲਈ ਜੋ ਵਧੀਆ ਹਨ। ਠੀਕ ਹੈ, ਇਹ ਸਾਰੀਆਂ ਚੀਜ਼ਾਂ ਸ਼ਾਮਿਲ ਹੁੰਦੀਆਂ ਹਨ। ਸੋ ਇੱਕ ਲੋਕ ਕਲਿਆਣਕਾਰੀ ਰਾਜ ਦੀ ਸਥਾਪਨਾ ਦੇ ਲਈ, ਲੋਕਾਂ ਦੇ ਹਿੱਤਾਂ ਦੇ ਰਾਖੀ ਦੇ ਲਈ, ਆਰਥਿਕ ਸਮਾਜਿਕ ਲੋਕਤੰਤਰ ਦੀ ਸਥਾਪਨਾ ਦੇ ਲਈ ਰਾਜ ਦੇ ਨੀਤੀ ਦੇ ਨਿਰਦੇਸ਼ਕ ਸਿਧਾਂਤ ਬਣਾਏ ਗਏ, ਜਿਸ ਦਾ ਇੱਕ ਹੀ ਮੋਟਿਵ ਸੀ ਸਮਾਜਵਾਦੀ ਧਰਮ ਨਿਰਪੱਖ ਜੋ ਦੇਸ਼ ਹੈ, ਜੋ ਇੱਕ ਰਾਜ ਹੈ, ਉਸ ਦੀ ਵਿਵਸਥਾ ਕਰਨੀ। ਸੋ ਅਸੀਂ ਜਾਣਦੇ ਹਾਂ ਕਿ ਜੋ ਸਾਡਾ ਸਰਕਾਰ ਹੈ ਉਹ ਲੱਖ ਯਤਨ ਕਰਦੀ ਹੈ ਕਿ ਸਾਡੇ ਰਾਜ ਦੇ ਵਿੱਚ, ਸਾਡੀ ਸੁਸਾਇਟੀ ਦੇ ਵਿੱਚ ਕੁਛ ਨਾ ਕੁਛ ਬਿਹਤਰ ਹੁੰਦਾ ਰਹੇ। ਸੋ ਉਹਨਾਂ ਨੂੰ ਇਹ ਸਾਰੇ ਨਿਰਦੇਸ਼ਕ ਸਿਧਾਂਤ ਉਹਨਾਂ ਦੇ ਲਈ ਹਨ ਕਿ ਉਹ ਸਾਨੂੰ ਦੇਣ ਸੁਵਿਧਾਵਾਂ। ਠੀਕ ਹੈ, ਬਟ ਉਹ ਉਹਨਾਂ 'ਤੇ ਡਿਪੈਂਡ ਕਰਦਾ ਹੈ ਕਿ ਉਹਨਾਂ ਨੇ ਸਾਨੂੰ ਅੱਜ ਦੇਣੀਆਂ ਹਨ, ਕੱਲ੍ਹ ਦੇਣੀਆਂ ਹਨ, ਕਿਹੜੇ ਉਹਨਾਂ ਨੂੰ ਜੋ ਹੈ ਉਹਨਾਂ ਕੋਲ ਵੀ ਫਾਈਨੈਂਸ਼ੀਅਲ ਰਿਸੋਰਸ ਹਨ ਸਾਨੂੰ ਦੇਣ ਲਈ ਜਾਂ ਨਹੀਂ। ਇਹ ਸਾਰੀਆਂ ਗੱਲਾਂ ਉਹਨਾਂ 'ਤੇ ਡਿਪੈਂਡ ਕਰਦੀਆਂ ਹਨ। ਸੋ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ 38 ਆਰਟੀਕਲ ਦੀ। ਤਾਂ 38 ਆਰਟੀਕਲ ਦੇ ਵਿੱਚ ਰਾਜ ਦਾ ਨੀਤੀ ਦਾ ਨਿਰਦੇਸ਼ਕ ਸਿਧਾਂਤ ਆਉਂਦਾ ਹੈ ਸਮਾਜਿਕ, ਆਰਥਿਕ, ਰਾਜਨੀਤਿਕ ਨਿਆਂ ਦੀ ਸਥਾਪਨਾ। ਇਸ ਦੇ ਵਿੱਚ ਕੀ ਕਰਨਾ ਹੈ, ਸਰਕਾਰ ਕੀ ਕਰੇਗੀ, ਰਾਜਨੀਤਿਕ, ਆਰਥਿਕ, ਸਮਾਜਿਕ ਨਿਆਂ ਦੀ ਜੋ ਹੈ ਸਥਾਪਨਾ ਕਰੇਗੀ। ਇਹ ਜੋ ਹੈ ਉਸ ਨੂੰ ਜੋ ਹੈ ਕਰਨਾ ਉਸਦਾ ਕੀ ਹੋਵੇਗਾ, ਕਰਤੱਵ ਹੋਵੇਗਾ, ਉਸਦੀ ਜ਼ਿੰਮੇਵਾਰੀ ਹੋਵੇਗੀ। ਠੀਕ ਹੈ, ਸੋ ਇਹ ਹੈ ਇੱਕ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ ਦੇ ਵਿੱਚ 38 ਆਰਟੀਕਲ ਦੇ ਵਿੱਚ ਤੁਸੀਂ ਯਾਦ ਰੱਖਣਾ ਹੈ। ਇਸ ਦੇ ਨਾਲ ਹੀ ਕੁਝ ਉਦਾਰਵਾਦੀ, ਸਮਾਜਵਾਦੀ, ਜੋ ਗਾਂਧੀਵਾਦੀ ਵਿਚਾਰਧਾਰਾਵਾਂ ਦੀ ਅਸੀਂ ਗੱਲ ਕੀਤੀ ਹੈ, ਤਾਂ ਸਮਾਜਵਾਦੀ ਵਿਚਾਰਧਾਰਾ ਹੈ ਨਾ, ਜੋ ਕਿ ਸਮਾਜ ਵਿੱਚ ਜੋ ਹੈ ਸਭ ਕੁਝ ਸਹੀ ਹੋਣਾ ਚਾਹੀਦਾ ਹੈ। ਠੀਕ ਹੈ, ਜੋ ਬਰਾਬਰੀ ਦਾ ਅਧਿਕਾਰ ਹੋਣਾ ਚਾਹੀਦਾ, ਇੱਕ ਸਮਾਜਵਾਦੀ ਜੋ ਸਰੂਪ ਦੇਖਿਆ ਜਾਂਦਾ ਹੈ ਸਮਾਜ ਦਾ। ਠੀਕ ਹੈ, ਜਿਸ ਦੇ ਵਿੱਚ ਕੋਈ ਵੀ ਵਿਤਕਰਾ ਨਹੀਂ ਹੁੰਦਾ ਹੈ, ਕੋਈ ਵੀ ਕਿਸੇ ਤੋਂ ਉੱਚਾ ਨੀਵਾਂ ਨਹੀਂ ਦਿਖਾਉਂਦਾ ਹੈ। ਉਹ ਚੀਜ਼ਾਂ ਜੋ ਹਨ ਸਮਾਜਵਾਦੀ ਵਿਚਾਰਧਾਰਾ ਦੇ ਅੰਡਰ ਆਉਂਦੀਆਂ ਹਨ। ਸੋ ਅਸੀਂ ਯਾਦ ਰੱਖਣਾ ਹੈ 39 ਆਰਟੀਕਲ ਦੇ ਵਿੱਚ ਕੀ ਦਿੱਤਾ ਗਿਆ ਹੈ, ਸੰਸਾਧਨਾਂ ਦਾ ਜੋ ਹੈ ਉਚਿਤ ਵਿਤਰਣ ਦੀ ਗੱਲ ਜੋ ਹੈ ਇਸ ਦੇ ਵਿੱਚ ਕੀਤੀ ਗਈ ਹੈ। ਇਸ ਵਿੱਚ ਸੰਸਾਧਨਾਂ ਦਾ ਉਚਿਤ ਵਿਤਰਣ ਜੇਕਰ ਪੇਪਰ ਵਿੱਚ ਪੁੱਛਿਆ ਜਾਵੇ ਤਾਂ ਕਿਸ ਆਰਟੀਕਲ ਦੇ ਵਿੱਚ ਕੀਤਾ ਗਿਆ, ਤਾਂ 39 ਆਰਟੀਕਲ ਤੁਸੀਂ ਯਾਦ ਰੱਖਣਾ ਹੈ। ਇਸ ਦੇ ਵਿੱਚ ਇਸਤਰੀ ਹੋਵੇ, ਪੁਰਸ਼ ਹੋਵੇ, ਉਸ ਨੂੰ ਸਮਾਨ ਕਾਰਜ ਮਿਲਣਾ ਹੈ, ਸਮਾਨ ਉਸ ਨੂੰ ਵੇਤਨ ਮਿਲਣਾ ਹੈ। ਇਸ ਵਿਵਸਥਾ ਕਿਸ ਨੇ ਕਰਨੀ ਹੈ, ਕਾਨੂੰਨ ਕਿਸ ਨੇ ਬਣਾਉਣਾ ਹੈ, ਇੱਕ ਸਰਕਾਰ ਨੇ ਬਣਾਉਣਾ ਹੈ। ਠੀਕ ਹੈ, ਸਾਡੀ ਸਰਕਾਰ ਕਿਸੇ ਨੂੰ ਵੀ ਜੋ ਹੈ ਇਸ ਤਰ੍ਹਾਂ ਦਾ ਅਧਿਕਾਰ ਨਹੀਂ ਦੇਵੇਗੀ ਕੋਈ ਕਿਸੇ ਦਾ ਸ਼ੋਸ਼ਣ ਕਰ ਸਕੇ। ਠੀਕ ਹੈ, ਸੋ ਇੱਕ ਸੰਸਾਧਨ ਜੋ ਵੀ ਹੋਣਗੇ, ਇਸਤਰੀ ਪੁਰਸ਼ ਕੋਈ ਵੀ ਵਿਅਕਤੀ ਹੋਵੇ, ਸਭ ਲਈ ਸਮਾਨ ਹੋਣਗੇ, ਵੇਤਨ ਜੋ ਹੈ ਉਹ ਸਮਾਨ ਹੋਏਗਾ। ਇਸ ਦੀ ਵਿਵਸਥਾ ਕਿਸ ਵਿੱਚ ਕਰਨੀ ਹੈ, ਸਰਕਾਰ ਨੇ 39 ਆਰਟੀਕਲ ਦੇ ਵਿੱਚ ਜੋ ਹੈ ਉਸ ਨੂੰ ਦੇਖਦੇ ਹੋਏ ਜੋ ਹੈ ਕਰਨੀ ਹੈ। ਇਸ ਦੇ ਨਾਲ ਹੀ ਨੈਕਸਟ ਆਰਟੀਕਲ ਹੈ 39A। ਇਸ ਦੇ ਵਿੱਚ ਕੀ ਹੈ, ਸਮਾਨ ਅਵਸਰ ਦੇ ਆਧਾਰ 'ਤੇ ਨਿਆਂ ਮਿਲਣਾ ਚਾਹੀਦਾ ਹੈ। ਠੀਕ ਹੈ, ਸਮਾਨ ਅਵਸਰ ਦੇ ਆਧਾਰ 'ਤੇ ਨਿਆਂ ਦੇਣਾ। ਇਸ ਦੇ ਵਿੱਚ ਕੀ ਹੈ, ਤੁਸੀਂ ਯਾਦ ਰੱਖਣਾ ਹੈ ਇੱਕ ਜੋ ਸਾਡਾ ਮਿਨੀ ਕੌਂਸਟੀਟਿਊਸ਼ਨ ਕਿਹਾ ਜਾਂਦਾ ਹੈ, 42 ਅਮੈਂਡਮੈਂਟ ਜੋ ਹੋਈ ਸੀ 1976 ਦੇ ਵਿੱਚ,
ਜਿਸ ਦੇ ਵਿੱਚ ਅਖੰਡਤਾ ਤੇ ਏਕਤਾ ਵਰਗੇ ਜੋ ਸ਼ਬਦ ਸਨ ਉਹ ਜੋੜੇ ਗਏ ਸਨ। ਇਸ ਤਰ੍ਹਾਂ ਵੀ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਅਖੰਡਤਾ ਤੇ ਏਕਤਾ ਸ਼ਬਦ ਕਦੋਂ ਜੋੜੇ ਗਏ, ਤਾਂ 1976 ਦੇ ਵਿੱਚ 42ਵਾਂ ਜੋ 42 ਅਮੈਂਡਮੈਂਟ ਹੋਈ ਸੀ ਉਸ ਦੇ ਵਿੱਚ ਇਹ ਜੋੜੇ ਗਏ ਸਨ। ਸੋ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਜੋ ਸਮਾਜਵਾਦੀ ਜੋ ਸੋਚ ਚਲੀ ਆ ਰਹੀ ਹੈ ਨਾ ਕਿ ਸਭ ਨੂੰ ਸਮਾਨ ਮੰਨ ਕੇ ਚੱਲਣਾ ਹੈ, ਸਮਾਨ ਅਵਸਰ ਦੇਣੇ ਹਨ। ਸੋ ਤੁਸੀਂ ਇਸ ਨੂੰ ਪੇਅਰ ਦੇ ਵਿੱਚ ਯਾਦ ਰੱਖਣਾ ਹੈ। ਪਹਿਲੇ 2 ਆਰਟੀਕਲ ਜੋ ਇੰਪੋਰਟੈਂਟ ਹਨ ਇਸ ਦੇ ਵਿੱਚ ਜੋ ਹੈ ਪਹਿਲਾਂ ਤਾਂ ਨਿਆਂ ਦੀ ਵਿਵਸਥਾ ਸਥਾਪਨਾ ਕਰਨੀ ਹੈ, ਠੀਕ ਹੈ, ਰਾਜ ਦੇ ਵਿੱਚ। ਉਸ ਤੋਂ ਬਾਅਦ ਸੰਸਾਧਨਾਂ ਦਾ ਸਮਾਨ ਵਿਤਰਨ ਹੋਣਾ ਚਾਹੀਦਾ ਹੈ, ਉਚਿਤ ਜੋ ਤਨਖਾਹ, ਜੋ ਵੀ ਭੱਤੇ ਇਸਤਰੀ ਪੁਰਸ਼ ਹਰੇਕ ਲਈ ਇੱਕੋ ਜਿਹੇ ਹੋਣੇ ਚਾਹੀਦੇ ਹਨ। ਨਿਆਂ ਜੋ ਹੈ ਸਭ ਲਈ ਸਮਾਨ ਹੋਣਾ ਚਾਹੀਦਾ ਹੈ। ਸੋ ਤੁਸੀਂ ਇਸ ਨੂੰ ਜੋ ਹੈ ਇਸ ਨੂੰ ਯਾਦ ਰੱਖਣਾ ਹੈ। ਇਸ ਤਰ੍ਹਾਂ ਪੇਅਰ ਬਣਾ ਕੇ ਤੁਸੀਂ ਯਾਦ ਰੱਖ ਸਕਦੇ ਹੋ, ਠੀਕ ਹੈ। ਇਸ ਦੇ ਵਿੱਚ ਨਿਆਂ ਦੀ ਗੱਲ ਕੀਤੀ ਗਈ ਹੈ, ਉਚਿਤ ਸੰਸਾਧਨਾਂ ਦੀ ਗੱਲ ਕੀਤੀ ਹੈ 38, 39 ਐਂਡ 39A ਆਰਟੀਕਲ ਦੇ ਵਿੱਚ। ਸੋ 42ਵਾਂ ਜੋ ਸੰਸ਼ੋਧਨ ਹੋਇਆ ਸੀ ਇਸ ਦੇ ਵਿੱਚ ਵੀ ਇਹੀ ਗੱਲ ਕਹੀ ਗਈ ਸੀ ਕਿ ਅਖੰਡਤਾ ਤੇ ਏਕਤਾ ਜੋ ਹਨ ਉਹ ਸ਼ਬਦ ਜੋੜੇ ਗਏ ਕਿ ਸਭ ਨੂੰ ਜੋ ਹੈ ਸਮਾਨ ਅਵਸਰ ਜੋ ਹਨ ਉਹ ਦਿੱਤੇ ਜਾਣੇ ਚਾਹੀਦੇ ਹਨ। ਸੋ ਇਹ ਅਸੀਂ ਗੱਲ ਕੀਤੀ ਕੁਝ ਸਮਾਜਵਾਦੀ ਵਿਚਾਰਧਾਰਾ ਜੋ ਕਿ ਸਾਡੇ ਰਾਜ ਦੇ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦੇ ਵਿੱਚ ਦੇਖਣ ਨੂੰ ਵੀ ਮਿਲਦੀ ਹੈ। ਇਸ ਤੋਂ ਬਾਅਦ ਜੋ ਗਾਂਧੀਵਾਦੀ ਵਿਚਾਰਧਾਰਾ ਦੇ ਗਾਂਧੀ ਜੀ ਦੇ ਵਿਚਾਰਾਂ ਤੋਂ ਕਿਹੜੀ ਚੀਜ਼ ਲਈ ਗਈ, ਸੋ ਅਸੀਂ ਇਮੈਜਿਨ ਕਰ ਸਕਦੇ ਹਾਂ ਕਿ ਜੋ ਗਾਂਧੀ ਜੀ ਸਨ ਉਸ ਸਮੇਂ ਉਹ ਬਹੁਤ ਹੀ ਜ਼ਿਆਦਾ ਆਪਣੀ ਵਿਚਾਰਧਾਰਾ ਰੱਖਦੇ ਸਨ ਕਿ ਪੰਚਾਇਤੀ ਰਾਜ ਹੋਣਾ ਚਾਹੀਦਾ ਹੈ, ਠੀਕ ਹੈ, ਛੋਟੇ ਲੈਵਲ 'ਤੇ ਜੋ ਕੰਮ ਹੋਣੇ ਚਾਹੀਦੇ ਹਨ, ਕੁਟੀਰ ਉਦਯੋਗ ਹੋਣੇ ਚਾਹੀਦੇ ਹਨ, ਜੋ ਲੋਕ ਹਨ ਉਹ ਮੀਨਸ ਕਿ ਉਹਨਾਂ ਨੇ ਛੋਟੇ ਲੋਕਾਂ 'ਤੇ ਬਹੁਤ ਜ਼ਿਆਦਾ ਜੋ ਉਹਨਾਂ ਨੂੰ ਰੋਜ਼ਗਾਰ ਦੇਣ ਦੇ ਉਹਨਾਂ ਨੂੰ ਜੋ ਹੈ ਇਸ ਤਰ੍ਹਾਂ ਦੇ ਜੋ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਸਨ। ਸੋ ਉਹਨਾਂ ਦੀ ਵਿਚਾਰਧਾਰਾ ਨੂੰ ਸ਼ਾਮਿਲ ਕਰਦੇ ਹੋਏ ਰਾਜ ਦੇ ਨੀਤੀ ਦੇ ਨਿਰਦੇਸ਼ਕ ਸਿਧਾਂਤ ਦੇ 40 ਆਰਟੀਕਲ ਦੇ ਵਿੱਚ ਜੋ ਹੈ ਪੰਚਾਇਤੀ ਰਾਜ ਵਿਵਸਥਾ ਦੀ ਜੋ ਹੈ ਵਿਵਸਥਾ ਜੋ ਹੈ ਉਹ ਕੀਤੀ ਗਈ ਹੈ, ਜਿਸ ਨੂੰ ਲਾਗੂ ਕਿਸਨੇ ਕਰਨਾ ਹੈ, ਸਰਕਾਰ ਨੇ। ਸੋ ਇਹ ਚੀਜ਼ਾਂ ਸਾਰੀਆਂ ਹੀ ਤੁਸੀਂ ਦੇਖ ਸਕਦੇ ਹੋ। ਇੱਕ ਜੋ 73 ਅਮੈਂਡਮੈਂਟ ਹੋਈ ਸੀ 1992 ਦੇ ਵਿੱਚ 1992 ਦੇ ਵਿੱਚ ਜੋ ਹੈ 73ਵੀਂ ਸੋਧ ਹੋਈ ਸੀ, ਉਸ ਦੇ ਦੁਆਰਾ ਜੋ ਪੰਚਾਇਤੀ ਰਾਜ ਪ੍ਰਣਾਲੀ ਹੈ ਜੋ ਸੰਵਿਧਾਨ ਦੇ ਵਿੱਚ ਜੋ ਹੈ ਇੱਕ ਸ਼ਾਮਿਲ ਕੀਤੀ ਗਈ ਅਤੇ ਜੋ ਹੈ ਇਸ ਦਾ ਪ੍ਰਾਵਧਾਨ ਕੀਤਾ ਗਿਆ। ਸੋ ਜੇਕਰ ਪੁੱਛ ਲਿਆ ਜਾਵੇ ਪੰਚਾਇਤੀ ਰਾਜ ਵਿਵਸਥਾ ਦਾ ਆਰਟੀਕਲ ਤਾਂ ਉਹ ਹੈ 40 ਦੇ ਵਿੱਚ ਜੋ ਹੈ ਪੰਚਾਇਤੀ ਰਾਜ ਵਿਵਸਥਾ ਦੀ ਗੱਲ ਕੀਤੀ ਗਈ ਹੈ। ਇਸ ਦੇ ਨਾਲ ਹੀ ਤੁਸੀਂ ਜੋ ਹੈ ਇੱਕ ਕਨਸੈਪਟ ਇੱਕ ਮਾਈਂਡ ਦੇ ਵਿੱਚ ਲੈ ਕੇ ਚੱਲਣਾ ਹੈ। ਜੇਕਰ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਤੁਹਾਨੂੰ ਜੋ ਹੈ ਜੋੜਿਆਂ ਦੇ ਵਿੱਚ ਜੋ ਹੈ ਇੱਕ ਤਰ੍ਹਾਂ ਜੁੱਟ ਬਣਾ ਕੇ ਤੁਹਾਨੂੰ ਜੋ ਆਰਟੀਕਲ ਵੀ ਯਾਦ ਹੁੰਦੇ ਜਾਣਗੇ ਅਤੇ ਤੁਹਾਨੂੰ ਰਾਜ ਦੇ ਨੀਤੀ ਦੇ ਨਿਰਦੇਸ਼ਕ ਸਿਧਾਂਤ ਕਹਿੰਦੇ ਕੀ ਹਨ, ਸੰਦੇਸ਼ ਕੀ ਦਿੰਦੇ ਹਨ, ਕੀ ਇਸ ਦੇ ਵਿੱਚ ਵਿਵਸਥਾ ਕੀਤੀ ਗਈ ਹੈ, ਇੱਕ ਲੋਕ ਕਲਿਆਣਕਾਰੀ ਰਾਜ ਨੂੰ ਸਥਾਪਿਤ ਕਰਨ ਦੇ ਲਈ ਬਣਾਉਣ ਦੇ ਲਈ ਕੀ ਚੀਜ਼ਾਂ ਐਡ ਕੀਤੀਆਂ ਜਾਂਦੀਆਂ ਹਨ, ਕੀ ਅਧਿਕਾਰ ਸਾਨੂੰ ਮਿਲਣੇ ਚਾਹੀਦੇ ਹਨ। ਇਹ ਗਵਰਨਮੈਂਟ ਨੂੰ ਕਰਨਾ ਚਾਹੀਦਾ ਹੈ, ਪਰ ਗਵਰਨਮੈਂਟ ਕਰੇਗੀ ਜਾਂ ਨਹੀਂ ਕਰੇਗੀ ਇਸ 'ਤੇ ਕੋਈ ਵੀ ਚੁਣੌਤੀ ਜੋ ਹੈ, ਕੋਈ ਵੀ ਇਸ ਦਾ ਵਿਰੋਧ ਨਹੀਂ ਕੀਤਾ ਜਾ ਸਕਦਾ। ਨਿਆਂਪਾਲਿਕਾ ਦੇ ਵਿੱਚ ਜੋ ਹੈ ਅਦਾਲਤਾਂ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਜੋ ਰਿਟ ਨਹੀਂ ਲਗਾਈ ਜਾ ਸਕਦੀ ਜੋ ਅਸੀਂ ਫੰਡਾਮੈਂਟਲ ਰਾਈਟਸ ਦੇ ਲਈ ਜੋ ਲਗਾ ਸਕਦੇ ਹਾਂ। ਸਿਰਫ ਇੰਨਾ ਹੀ ਜੋ ਹੈ ਇਸ ਦੇ ਵਿੱਚ ਫਰਕ ਦੇਖਣ ਨੂੰ ਮਿਲਦਾ ਹੈ। ਸੋ 40 ਆਰਟੀਕਲ ਦੇ ਵਿੱਚ ਪੰਚਾਇਤੀ ਰਾਜ ਵਿਵਸਥਾ ਦੀ ਜੋ ਹੈ ਗੱਲ ਕੀਤੀ ਗਈ ਹੈ ਅਤੇ 41ਵੇਂ ਆਰਟੀਕਲ ਦੇ ਵਿੱਚ ਸਵੈ ਰੋਜ਼ਗਾਰ ਜੋ ਕਿ ਗਾਂਧੀ ਜੀ ਦਾ ਸੁਪਨਾ ਵੀ ਸੀ, ਇੱਕ ਗਾਂਧੀ ਜੀ ਦੀ ਵਿਚਾਰਧਾਰਾ ਨੂੰ ਲੈ ਕੇ ਕਿ ਕੰਮ ਪਾਉਣ ਦਾ ਅਧਿਕਾਰ ਜੋ ਹਰੇਕ ਨਾਗਰਿਕ ਨੂੰ ਹੋਵੇ, ਸਵੈ ਰੋਜ਼ਗਾਰ ਜੋ ਹੈ ਹਰੇਕ ਜੋ ਇਨਸਾਨ ਹੈ ਉਸ ਨੂੰ ਮਿਲੇ ਅਤੇ ਵਿਸ਼ੇਸ਼ ਦਸ਼ਾ ਦੇ ਵਿੱਚ, ਠੀਕ ਹੈ, ਇਸ ਤਰ੍ਹਾਂ ਨਹੀਂ ਹੈ ਕਿ ਕੋਈ ਵੀ ਕਿਸੇ ਵੀ ਗੰਦਗੀ ਦੇ ਵਿੱਚ ਕੰਮ ਕਰੇ, ਉਸ ਨੂੰ ਸਾਫ਼ ਵਾਤਾਵਰਣ ਦੇ ਵਿੱਚ ਕੰਮ ਮਿਲੇ। ਸਵੈ ਰੋਜ਼ਗਾਰ ਦੀ ਗੱਲ ਹੈ ਜੋ 41 ਆਰਟੀਕਲ ਦੇ ਵਿੱਚ ਜੋ ਹੈ ਉਹ ਕੀਤੀ ਗਈ ਹੈ। ਸੋ ਇਸ ਨੂੰ ਤੁਸੀਂ ਯਾਦ ਰੱਖਣਾ ਹੈ, ਵਿਸ਼ੇਸ਼ ਦਸ਼ਾ ਵਿੱਚ ਕੰਮ ਪਾਉਣ ਦਾ ਅਧਿਕਾਰ ਜੋ ਹੈ ਉਹ ਹਰੇਕ ਵਿਅਕਤੀ ਨੂੰ ਹੈ। ਮੀਨਸ ਕਿ ਜੋ ਸਵੈ ਰੋਜ਼ਗਾਰ ਹੈ 41 ਆਰਟੀਕਲ ਦੇ ਵਿੱਚ ਗਾਂਧੀਵਾਦੀ ਵਿਚਾਰਧਾਰਾ ਦੇ ਨਾਲ ਰਿਲੇਟਡ ਹੈ ਅਤੇ ਜੋ ਰਾਜ ਦਾ ਨੀਤੀ ਦਾ ਨਿਰਦੇਸ਼ਕ ਸਿਧਾਂਤ ਦੇ ਵਿੱਚ ਇਹ ਸ਼ਾਮਿਲ ਹੈ। ਸੋ ਆਰਟੀਕਲ 42 ਸਾਨੂੰ ਕੀ ਕਹਿੰਦਾ, ਇਸ ਦੇ ਨਾਲ ਹੀ ਰਿਲੇਟਡ ਹੈ ਕਿ ਕੰਮ ਦੀ ਜੋ ਪ੍ਰਾਪਤੀ ਹੈ ਨਾ, ਕੋਈ ਵੀ ਕੰਮ ਜੋ ਕਿਸੇ ਜੋ ਨਾਗਰਿਕ ਨੂੰ ਮਿਲੇ, ਕਿਸੇ ਵਿਅਕਤੀ ਨੂੰ ਮਿਲਣਾ ਚਾਹੀਦਾ ਹੈ, ਉਹ ਨਿਆਂ ਸੰਗਤ ਤਰੀਕੇ ਨਾਲ ਹੋਣਾ ਚਾਹੀਦਾ ਹੈ, ਠੀਕ ਹੈ। ਇੱਕ ਜੋ ਨਿਆਂਪੂਰਕ ਤਰੀਕੇ ਨਾਲ ਹੋਣਾ ਚਾਹੀਦਾ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿ ਕਾਨੂੰਨ ਦਾ ਵਿਰੋਧ ਕਰਦਾ ਹੋਵੇ, ਕੋਈ ਗਲਤ ਕੰਮ ਹੋਵੇ, ਠੀਕ ਹੈ, ਅਤੇ ਵਧੀਆ ਵਾਤਾਵਰਣ ਦੇ ਵਿੱਚ ਜੋ ਹੈ ਉਹ ਮਿਲਣਾ ਚਾਹੀਦਾ। ਸੋ ਪਹਿਲਾਂ ਤੁਸੀਂ ਦੇਖ ਸਕਦੇ ਹੋ ਪੰਚਾਇਤੀ ਰਾਜ ਵਿਵਸਥਾ ਨੂੰ ਤੁਸੀਂ ਅਲੱਗ ਯਾਦ ਰੱਖ ਸਕਦੇ ਹੋ ਆਰਟੀਕਲ 40 ਦੇ ਵਿੱਚ। 41 ਦੇ ਵਿੱਚ ਕੰਮ ਪਾਉਣ ਦਾ ਅਧਿਕਾਰ ਸਾਰਿਆਂ ਨੂੰ ਹੈ, ਸਵੈ ਰੋਜ਼ਗਾਰ ਦਾ। 42 ਦੇ ਵਿੱਚ ਵਾਤਾਵਰਣ ਜੋ ਹੈ ਸਹੀ ਹੋਣਾ ਚਾਹੀਦਾ ਹੈ, ਨਿਆਂ ਸੰਗਤ ਤਰੀਕੇ ਦਾ ਕੰਮ ਹੋਣਾ ਚਾਹੀਦਾ ਹੈ।
ਤੇ 43 ਆਰਟੀਕਲ ਕੀ ਕਹਿੰਦਾ ਹੈ ਕਿ ਜੀਵਨ ਨਿਰਬਾਹ ਮਜ਼ਦੂਰੀ ਜੋ ਹੈ ਉਹ ਕੁਟੀਰ ਉਦਯੋਗਾਂ ਨੂੰ ਜੋ ਹੈ ਵਧਾਵਾ ਦੇਣਾ ਚਾਹੀਦਾ ਹੈ। ਜੋ ਮਜ਼ਦੂਰੀ ਹੈ, ਹਰੇਕ ਵਿਅਕਤੀ ਨੂੰ ਕਮ ਸੇ ਕਮ ਰੁਜ਼ਗਾਰ ਮਿਲੇ, ਉਹ ਜੀਵਨ ਨਿਰਬਾਹ ਆਪਣਾ ਇੱਕ ਕਰ ਸਕੇ, ਚਾਹੇ ਉਹ ਮਜ਼ਦੂਰੀ ਨਾ ਕਰੇ, ਕੁਟੀਰ ਉਦਯੋਗਾਂ ਨੂੰ ਜੋ ਹੈ ਅਪਣਾ ਕੇ ਕਰੇ। ਸੋ ਇਸ ਨੂੰ ਜੋ ਵਧਾਵਾ ਦਿੱਤਾ ਜਾਂਦਾ ਹੈ ਉਹ ਇੱਕ ਗਾਂਧੀਵਾਦੀ ਸੋਚ ਵੀ ਸੀ ਕਿ ਕਿਉਂਕਿ ਗਾਂਧੀ ਜੀ ਚਾਹੁੰਦੇ ਸਨ ਕਿ ਛੋਟੇ ਛੋਟੇ ਉਦਯੋਗ ਜੋ ਹਨ ਇਹਨਾਂ ਨੂੰ ਹੋਰ ਵੀ ਅੱਗੇ ਨਿਖਰ ਕੇ ਆਉਣ। ਸੋ ਇਸ ਕਰਕੇ ਜੋ 43 ਆਰਟੀਕਲ ਹੈ ਇਸ ਦੇ ਵਿੱਚ ਜੋ ਹੈ ਜੀਵਨ ਨਿਰਵਾਹ ਮਜ਼ਦੂਰੀ ਕੁਟੀਰ ਉਦਯੋਗਾਂ ਨੂੰ ਜੋ ਹੈ ਵਧਾਵਾ ਦੇਣ ਦੀ ਜੋ ਗੱਲ ਕੀਤੀ ਗਈ ਹੈ। ਸੋ ਬਹੁਤ ਹੀ ਇੰਪੋਰਟੈਂਟ ਜੋ ਹੈ ਇਹ ਆਰਟੀਕਲ ਹੈ। ਤੁਸੀਂ ਇਹਨਾਂ ਤਿੰਨਾਂ ਨੂੰ ਜੋ ਹੈ ਇੱਕ ਤਰ੍ਹਾਂ ਜੋੜ ਕੇ ਯਾਦ ਰੱਖ ਸਕਦੇ ਹੋ, 40 ਆਰਟੀਕਲ ਨੂੰ ਅਲੱਗ ਹੀ ਯਾਦ ਰੱਖ ਸਕਦੇ ਹੋ। ਸੋ ਬਹੁਤ ਹੀ ਜੋ ਪੇਪਰ ਦੇ ਵਿੱਚ ਪੁੱਛ ਲਿਆ ਜਾਂਦਾ ਹੈ ਕਿ ਕੁਟੀਰ ਉਦਯੋਗਾਂ ਨੂੰ ਵਧਾਵਾ ਜੋ ਹੈ ਕਿਸ ਆਰਟੀਕਲ ਦੇ ਵਿੱਚ ਜੋ ਹੈ ਦਿੱਤਾ ਗਿਆ ਹੈ, ਸਵੈ ਰੋਜ਼ਗਾਰ ਦੀ ਗੱਲ ਕਿਸ ਆਰਟੀਕਲ ਦੇ ਵਿੱਚ ਕੀਤੀ ਗਈ ਹੈ। ਇਸ ਤਰ੍ਹਾਂ ਓਬਜੈਕਟਿਵ ਟਾਈਪ ਕੁਐਸਚਨ ਇਸ ਟੌਪਿਕ ਦੇ ਵਿੱਚੋਂ ਬਣਦੇ ਹਨ। ਸੋ ਨੈਕਸਟ ਅਸੀਂ ਕਰਾਂਗੇ ਕੁਝ ਆਰਟੀਕਲ ਨੈਕਸਟ ਜੋ ਹੋਣਗੇ ਉਹ ਹੋਣਗੇ ਉਦਾਰਵਾਦੀ ਸੋਚ ਨਾਲ ਰਿਲੇਟਡ, ਜਿਵੇਂ 44, 45, 48, 48A ਦੇ ਵਿੱਚ, 50 ਦੇ ਵਿੱਚ, 50, 51 ਦੇ ਇਹ ਆਰਟੀਕਲ ਦੇ ਵਿੱਚ ਇੱਕ ਉਦਾਰਵਾਦੀ ਸੋਚ ਦਾ ਜੋ ਸੁਮੇਲ ਮਿਲਦਾ ਹੈ ਸਾਨੂੰ ਇਹਨਾਂ ਆਰਟੀਕਲ ਦੇ ਵਿੱਚ ਮਿਲਦਾ ਹੈ। ਸੋ ਅਸੀਂ ਇੱਕ ਕੰਸੈਪਟ ਮਾਈਂਡ ਦੇ ਵਿੱਚ ਬਣਾ ਸਕਦੇ ਹਾਂ ਕਿ ਇਸ ਤਰ੍ਹਾਂ ਹੋਵੇ ਤਾਂ ਇਹ ਆਰਟੀਕਲ ਦੇ ਵਿੱਚ ਇਹ ਵਿਵਸਥਾਵਾਂ ਉਦਾਰਵਾਦੀ ਸੋਚ ਨਾਲ ਰਿਲੇਟਡ ਹਨ। ਗਾਂਧੀਵਾਦੀ ਜੋ ਇਸ ਤਰ੍ਹਾਂ ਵਿਚਾਰਧਾਰਾ ਦੇ ਵਿੱਚ ਗੱਲਾਂ ਕੀਤੀਆਂ ਗਈਆਂ ਸਨ, ਇਹ ਆਰਟੀਕਲ ਇੱਥੋਂ ਤੋਂ ਇੱਥੇ ਤੱਕ ਇਸ ਨਾਲ ਰਿਲੇਟਡ ਹਨ। ਇਸ ਤਰ੍ਹਾਂ ਤੁਸੀਂ ਜੋ ਆਪਣੇ ਮਾਈਂਡ ਦੇ ਵਿੱਚ ਇੱਕ ਕੰਸੈਪਟ ਬਣਾ ਸਕਦੇ ਹੋ। ਸੋ ਨੈਕਸਟ ਜੋ 44ਵਾਂ ਜੋ ਸਾਡੀ ਆਰਟੀਕਲ ਹੈ, ਅਨੁਛੇਦ ਹੈ, ਇਸ ਦੇ ਵਿੱਚ ਕਿਸ ਦੀ ਗੱਲ ਕੀਤੀ ਗਈ ਹੈ। 44 ਤੋਂ ਤੁਸੀਂ ਯਾਦ ਰੱਖ ਸਕਦੇ ਹੋ 44 ਜਿਵੇਂ 4 ਤੇ 4 ਬਰਾਬਰ ਹਨ, ਤੁਸੀਂ ਇੱਕ ਕੰਸੈਪਟ ਮਾਈਂਡ ਦੇ ਵਿੱਚ ਰੱਖ ਸਕਦੇ ਹੋ ਬਰਾਬਰ, ਠੀਕ ਹੈ। 4 ਤੇ 4 ਬਰਾਬਰ ਹਨ ਇੱਕ ਦੇਖਣ ਦੇ ਵਿੱਚ, ਠੀਕ ਹੈ। 44 ਤੇ ਇਸ ਦੇ ਵਿੱਚ ਬਰਾਬਰ ਨਾਗਰਿਕ ਕਾਨੂੰਨ, ਸਭ ਦੇ ਲਈ ਜੋ ਕਾਨੂੰਨ ਬਣਨਗੇ ਉਹ ਸਮਾਨ ਬਣਨਗੇ। ਸਮਾਨ ਕਾਨੂੰਨ ਦੀ ਜੋ ਸਮਾਨ ਨਾਗਰਿਕ ਕਾਨੂੰਨ ਦੀ ਵਿਵਸਥਾ ਹੈ ਉਹ ਰਾਜ ਤੇ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦੇ ਵਿੱਚ ਕੀਤੀ ਗਈ ਹੈ ਆਰਟੀਕਲ 44 ਦੇ ਵਿੱਚ। ਫਰੈਂਡਸ ਇਸ ਦੇ ਵਿੱਚ ਸਮਾਨ ਕਾਨੂੰਨ ਦਾ ਅਰਥ ਇਹ ਹੈ ਕਿ ਕੋਈ ਵੀ ਕਿਸੇ ਵੀ ਧਰਮ ਦੇ ਨਾਲ ਰਿਲੇਟਡ ਕੋਈ ਵੀ ਵਿਆਹ ਹੁੰਦਾ ਹੈ, ਸੰਪੱਤੀ ਨਾਲ ਰਿਲੇਟਡ ਕੋਈ ਵੀ ਜੋ ਹੈ ਮਸਲਾ ਹੁੰਦਾ ਹੈ, ਠੀਕ ਹੈ, ਕੋਈ ਵੀ ਵਿਆਹ ਸੰਬੰਧੀ ਧਾਰਮਿਕ ਕੋਈ ਵੀ ਕਾਰਜ ਹੁੰਦੇ ਹਨ, ਇੱਕ ਸਮਾਨ ਕਾਨੂੰਨ ਦੇ ਅੰਡਰ ਜੋ ਹੈ ਸਾਰੇ ਕੰਮ ਚੱਲਣੇ ਚਾਹੀਦੇ ਹਨ। ਚਾਹੇ ਇਹ ਜੋ ਚੀਜ਼ ਸਰਕਾਰ ਦੁਆਰਾ ਲਾਗੂ ਕੀਤੀ ਜਾਵੇ ਜਾਂ ਨਾ ਕੀਤੀ ਜਾਵੇ, ਪਰ ਇਸ ਦਾ ਜੋ ਪ੍ਰਾਵਧਾਨ ਹੈ ਉਹ ਰਾਜ ਦੇ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਵਿੱਚ ਦਿੱਤਾ ਗਿਆ ਹੈ। ਸਰਕਾਰ ਜੋ ਹੈ ਚਾਹੇ ਤਾਂ ਜੋ ਹੈ ਇਸ ਨੂੰ ਜੋ ਹੈ ਕਦੇ ਵੀ ਜੋ ਲਾਗੂ ਕਰ ਸਕਦੀ ਹੈ, ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਪਰ ਜੇਕਰ ਇਸ ਨੂੰ ਜੋ ਹੈ ਕੋਈ ਵੀ ਚੁਣੌਤੀ ਨਹੀਂ ਦੇ ਸਕਦਾ ਕਿ ਇਹ ਸਰਕਾਰ ਇਸ ਤਰ੍ਹਾਂ ਨਹੀਂ ਕਰ ਰਹੀ, ਇਸ ਤਰ੍ਹਾਂ ਨਹੀਂ ਕਰ ਰਹੀ, ਸੋ ਇਸ ਦੇ ਵਿਰੋਧ ਦੇ ਵਿੱਚ ਜੋ ਹੈ ਨਿਆਂਪਾਲਿਕਾ ਦੇ ਵਿੱਚ ਇੱਕ ਚੁਣੌਤੀ ਨਹੀਂ ਦਿੱਤੀ ਜਾ ਸਕਦੀ। ਜਿਵੇਂ ਅਸੀਂ ਆਪਣੇ ਰਾਈਟ ਟੂ ਲਾਈਫ ਹੈ, ਮੌਲਿਕ ਅਧਿਕਾਰ ਹਨ, ਸਾਡੇ ਫੰਡਾਮੈਂਟਲ ਰਾਈਟਸ, ਫਰੀਡਮ ਹੈ, ਠੀਕ ਹੈ, ਸਾਡੀ ਜੋ ਸੁਤੰਤਰਤਾ, ਸਮਾਨਤਾ, ਇਕੁਐਲਿਟੀ ਹੈ, ਉਸ ਦੇ ਰਿਲੇਟਡ ਅਸੀਂ ਜੋ ਹੈ ਇੱਕ ਸੁਪਰੀਮ ਕੋਰਟ, ਹਾਈ ਕੋਰਟ ਦੇ ਵਿੱਚ ਇੱਕ ਰਿਟ ਲਗਾ ਸਕਦੇ ਹਾਂ, ਠੀਕ ਹੈ। ਉਸਦੀ ਜੋ ਹੈ ਅਸੀਂ ਸੰਵਿਧਾਨ ਦੇ ਵਿੱਚ ਚੁਣੌਤੀ ਦੇ ਸਕਦੇ ਹਾਂ ਕਿ ਸਾਨੂੰ ਇਹ ਚੀਜ਼ਾਂ ਨਹੀਂ ਮਿਲ ਰਹੀਆਂ। ਪਰ ਇਹ ਜੋ ਰਾਜ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦੇ ਵਿੱਚ ਇਹ ਚੀਜ਼ਾਂ ਐਡ ਕੀਤੀਆਂ ਗਈਆਂ ਹਨ, ਇਸ ਦੇ ਲਈ ਕੋਈ ਵੀ ਚੁਣੌਤੀ ਨਹੀਂ ਦਿੱਤੀ ਜਾ ਸਕਦੀ। ਇਹ ਸਿਰਫ ਕਲਿਆਣਕਾਰੀ ਕੰਮ ਹਨ ਜੋ ਸਰਕਾਰ ਦੀ ਕਰਨੀ ਜ਼ਿੰਮੇਵਾਰੀ ਹੈ, ਪਰ ਇਹ ਸਰਕਾਰ ਦੀ ਯੋਗਤਾ 'ਤੇ ਡਿਪੈਂਡ ਕਰਦਾ ਹੈ ਕਿ ਸਰਕਾਰ ਸਾਨੂੰ ਇਹ ਚੀਜ਼ਾਂ ਦੇ ਪਾਉਂਦੀ ਹੈ ਜਾਂ ਨਹੀਂ ਦੇ ਪਾਉਂਦੀ। ਸੋ ਠੀਕ ਹੈ, ਇਸ ਚੀਜ਼ ਨੂੰ ਤੁਸੀਂ ਜੋ ਆਪਣੇ ਮਾਈਂਡ ਦੇ ਵਿੱਚ ਰੱਖਣਾ ਹੈ। ਸੋ ਸਮਾਨ ਨਾਗਰਿਕ ਕਾਨੂੰਨ ਦੀ ਵਿਵਸਥਾ ਆਰਟੀਕਲ 44 ਦੇ ਵਿੱਚ ਇਹ ਗੱਲ ਕੀਤੀ ਗਈ ਹੈ ਕਿ ਹਰੇਕ ਰਾਜ ਦੇ ਵਿੱਚ ਜੋ ਕੀ ਹੋਵੇ, ਇੱਕ ਸਮਾਨ ਨਾਗਰਿਕ ਕਾਨੂੰਨ ਸਭ ਦੇ ਲਈ ਇੱਕੋ ਜਿਹਾ ਹੋਵੇ। ਸੋ ਆਰਟੀਕਲ ਨੈਕਸਟ ਅਸੀਂ ਦੇਖ ਸਕਦੇ ਹਾਂ ਆਰਟੀਕਲ 45, ਇਸ ਦੇ ਵਿੱਚ ਕੀ ਗੱਲ ਕੀਤੀ ਗਈ ਹੈ। ਇੱਕ ਫਰੈਂਡਸ ਸਾਡੇ ਜੋ ਗੱਲ ਕੀਤੀ ਗਈ ਸੀ ਫੰਡਾਮੈਂਟਲ ਰਾਈਟਸ ਵਿੱਚ, ਰਾਈਟ ਟੂ ਐਜੂਕੇਸ਼ਨ ਜੋ ਸੀ, 86 ਅਮੈਂਡਮੈਂਟ ਹੋਈ ਸੀ 2002 ਦੇ ਵਿੱਚ, 2002 ਦੇ ਵਿੱਚ ਜੋ 86ਵੀਂ ਸੰਵਿਧਾਨਿਕ ਸੋਧ ਹੋਈ ਸੀ, ਉਸ ਦੇ ਵਿੱਚ ਜੋ ਹੈ 6 ਸਾਲ ਦੇ ਤੋਂ ਲੈ ਕੇ ਜੋ 12 ਸਾਲ ਦੇ ਜੋ ਬੱਚੇ ਸਨ ਉਹਨਾਂ ਦੇ ਲਈ ਇੱਕ ਜੋ ਸੀ ਉਹਨਾਂ ਲਈ ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਦੀ ਜੋ ਸੀ ਉਹ ਗੱਲ ਕੀਤੀ ਗਈ ਸੀ, ਠੀਕ ਹੈ। ਇਸ ਦੇ ਨਾਲ ਹੀ ਇਸ ਦੇ ਵਿੱਚ ਫੰਡਾਮੈਂਟਲ ਰਾਈਟਸ ਦੇ ਵਿੱਚ ਤਾਂ 6 ਤੋਂ 14 ਸਾਲ ਦੇ ਬੱਚਿਆਂ ਦੀ ਗੱਲ ਹੋ ਗਈ, ਠੀਕ ਆ। ਉਹਨਾਂ ਨੂੰ ਤਾਂ ਜੋ ਹੈ ਮੁਫਤ ਅਤੇ ਲਾਜ਼ਮੀ ਸਿੱਖਿਆ ਮਿਲ ਗਈ, ਪਰ ਜੋ 6 ਸਾਲ ਤੋਂ ਬੱਚੇ ਘੱਟ ਸਨ ਉਮਰ, ਠੀਕ ਹੈ, ਉਹਨਾਂ ਦੇ ਲਈ ਵੀ ਜੋ ਹੈ ਕੁਝ ਵਿਵਸਥਾ ਹੋਣੀ ਚਾਹੀਦੀ ਹੈ, ਉਹਨਾਂ ਬਾਰੇ ਸੋਚਿਆ ਜਾਵੇ, ਉਹਨਾਂ ਦੇ ਭਲਾਈ ਲਈ ਸੋਚਿਆ ਜਾਵੇ। ਇਸ ਲਈ ਜੋ ਹੈ ਇੱਕ ਜੋ ਵਿਵਸਥਾ ਕੀਤੀ ਗਈ ਉਸ ਨੂੰ ਰਾਜ ਦੇ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦੇ ਵਿੱਚ ਐਡ ਕੀਤਾ ਗਿਆ। ਸੋ ਤੁਸੀਂ
याद रखना है राज दे नीति दे निर्देशक सिद्धांतां विच जेकर सिੱਖਿਆ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਵਿੱਚ ਇੱਕੋ ਹੀ ਫਰਕ ਹੈ 6 ਸਾਲ ਤੋਂ ਘੱਟ ਜੋ ਬੱਚੇ ਹਨ ਉਮਰ ਦੇ ਉਹਨਾਂ ਦੇ ਲਈ ਜੋ ਮੁਫਤ ਲਾਜ਼ਮੀ ਸਿੱਖਿਆ ਦੀ ਗੱਲ ਕੀਤੀ ਗਈ ਹੈ ਉਹ ਰਾਜ ਦੇ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦੇ ਵਿੱਚ ਜੋ ਹੈ ਆਰਟੀਕਲ 40 ਦੇ ਵਿੱਚ ਕੀ ਗਈ ਹੈ। ਸੋ ਤੁਸੀਂ ਇਸ ਨੂੰ ਯਾਦ ਰੱਖਣਾ ਹੈ। ਇਸ ਕਾਨੂੰਨ ਨੂੰ ਆਰਟੀਕਲ ਨੂੰ ਤੁਸੀਂ ਅਲੱਗ ਯਾਦ ਰੱਖ ਸਕਦੇ ਹੋ 44 ਦੇ ਵਿੱਚ। ਇਸ ਦੇ ਨਾਲ ਹੀ 45 ਵੀ ਸਿੱਖਿਆ ਨਾਲ ਰਿਲੇਟ ਕਰਦਾ ਹੈ। ਆਰਟੀਕਲ 46 ਵੀ ਜੋ ਹੈ ਉਹ ਸਿੱਖਿਆ ਨਾਲ ਰਿਲੇਟ ਕਰਦਾ ਹੈ। 45 ਦੇ ਵਿੱਚ ਜੋ ਹੈ 6 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਮੁਫਤ ਤੇ ਲਾਜ਼ਮੀ ਸਿੱਖਿਆ ਹੈ ਤੇ 46 ਆਰਟੀਕਲ ਦੇ ਵਿੱਚ ਕੀ ਹੈ ਅਨੁਸੂਚਿਤ ਜਾਤੀ ਜਨਜਾਤੀ ਲਈ ਜੋ ਸਿੱਖਿਆ ਹੈ ਸਮਾਜਿਕ ਨਿਆਂ ਪ੍ਰਬੰਧ ਦੀ ਜੋ ਹੈ ਉਹ ਗੱਲ ਕੀਤੀ ਗਈ ਹੈ ਕਿ ਜੋ SC ST ਜੋ ਨੀਵੀਆਂ ਜਾਤੀਆਂ ਦੇ ਨਾਲ ਅਨੁਸੂਚਿਤ ਜਾਤੀਆਂ ਦੇ ਨਾਲ ਜਨਜਾਤੀਆਂ ਨਾਲ ਰਿਲੇਟਡ ਜੋ ਹੋਣਗੇ ਠੀਕ ਹੈ ਕੋਈ ਵੀ ਵਿਅਕਤੀ ਹੋਏਗਾ ਉਹਨਾਂ ਨੂੰ ਜੋ ਹੈ ਛੋਟੇ ਹੋਣਗੇ ਉਮਰ ਦੇ ਕੋਈ ਵੀ ਉਹਨਾਂ ਨੂੰ ਸਿੱਖਿਆ ਦਾ ਪ੍ਰਬੰਧ ਨਿਆਂ ਪ੍ਰਬੰਧ ਉਹਨਾਂ ਦੇ ਲਈ ਜੋ ਹੈ ਉਸ ਦੀ ਵਿਵਸਥਾ ਸਰਕਾਰ ਦੁਆਰਾ ਕੀਤੀ ਜਾਏਗੀ। ਸੋ ਆਰਟੀਕਲ ਕਿੰਨਾ ਹੈ 46 ਦੇ ਵਿੱਚ। ਇਸ ਦੇ ਨਾਲ ਹੀ ਫਰੈਂਡਸ ਅਸੀਂ ਕਰ ਰਹੇ ਹਾਂ ਉਦਾਰਵਾਦੀ ਸੋਚ। ਹੁਣ ਉਦਾਰਵਾਦੀ ਸੋਚ ਹੋਏਗੀ ਤਾਂ ਇਹ ਚੀਜ਼ ਮਾਈਂਡ ਦੇ ਵਿੱਚ ਆਏਗੀ ਕਿ ਇਸ ਤਰ੍ਹਾਂ ਤਾਂ ਨਹੀਂ ਹੈ ਕਿ ਉਹ ਨਸ਼ੀਲੇ ਪਦਾਰਥਾਂ ਨੂੰ ਜੋ ਹੈ ਉਹ ਬੜਾਵਾ ਦੇਗੀ ਠੀਕ ਹੈ। ਸੋ ਉਦਾਰਵਾਦੀ ਸੋਚ ਕੀ ਕਹਿੰਦੀ ਹੈ ਕਿ ਸ਼ਾਂਤੀਪੂਰਨ ਤਰੀਕੇ ਦੇ ਨਾਲ ਜੋ ਹੈ ਸਮਾਜ ਚੱਲੇ ਕਲਿਆਣਕਾਰੀ ਰੂਪ ਇਸ ਦਾ ਸਾਹਮਣੇ ਆਵੇ। ਸੋ ਇਸ ਦੇ ਵਿੱਚ ਨਸ਼ਿਆਂ ਨੂੰ ਕੋਈ ਥਾਂ ਨਹੀਂ ਦਿੱਤੀ ਜਾਣੀ ਚਾਹੀਦੀ ਠੀਕ ਹੈ। ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜੋ ਸਰਕਾਰ ਦਾ ਫਰਜ਼ ਹੈ ਸਰਕਾਰ ਦਾ ਅਧਿਕਾਰ ਹੈ ਕਿ ਉਹ ਨਸ਼ੀਲੇ ਪਦਾਰਥਾਂ ਨੂੰ ਬੰਦ ਕਰੇ ਠੀਕ ਹੈ। ਆਰਟੀਕਲ ਜੋ ਹੈ 47 ਦੇ ਵਿੱਚ ਇੱਕ ਨਿਰਦੇਸ਼ਕ ਸਿਧਾਂਤ ਜੋ ਹੈ ਸ਼ਾਮਿਲ ਕੀਤਾ ਗਿਆ ਰਾਜ ਦਾ ਕਿ ਨਸ਼ੀਲੇ ਪਦਾਰਥਾਂ ਨੂੰ ਜੋ ਹੈ ਸਰਕਾਰ ਆਪਣੇ ਰਾਜ ਦੇ ਵਿੱਚ ਉਹ ਬਿਲਕੁਲ ਬੰਦ ਕਰੇ ਉਹਨਾਂ ਨੂੰ ਲਾਗੂ ਨਾ ਕੀਤਾ ਜਾਵੇ। ਪਰ ਤੁਸੀਂ ਹੁਣ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਨਸ਼ੀਲੇ ਪਦਾਰਥ ਜੋ ਹਨ ਉਹਨਾਂ ਨੂੰ ਸਰਕਾਰ ਜੋ ਹੈ ਬੰਦ ਕਰੇ ਨਾ ਕਰੇ ਇਹ ਉਹਨਾਂ 'ਤੇ ਡਿਪੈਂਡ ਕਰਦਾ ਹੈ। ਇਸ ਨੂੰ ਕੋਈ ਵੀ ਵਿਅਕਤੀ ਚੁਣੌਤੀ ਨਹੀਂ ਦੇ ਸਕਦਾ ਵੀ ਸਰਕਾਰ ਤਾਂ ਨਸ਼ੇ ਖੁਦ ਚਲਾ ਰਹੀ ਹੈ ਠੀਕ ਹੈ ਖੁਦ ਉਹਨਾਂ ਨੂੰ ਬੜਾਵਾ ਦੇ ਰਹੀ ਹੈ ਇਹ ਚੀਜ਼ਾਂ ਬੰਦ ਹੋਣੀਆਂ ਚਾਹੀਦੀਆਂ ਹਨ। ਸਿਰਫ ਇੱਕ ਰੋਸ ਪ੍ਰਦਰਸ਼ਨ ਹੋ ਸਕਦਾ ਹੈ ਕਿਸੇ ਵੀ ਤਰ੍ਹਾਂ ਜੋ ਹੈ ਇਸ ਦੇ ਵਿਰੋਧ ਦੇ ਵਿੱਚ ਜੋ ਹੈ ਨਿਆਂਪਾਲਿਕਾ ਸਾਹਮਣੇ ਇਸ ਨੂੰ ਚੁਣੌਤੀ ਜੋ ਹੈ ਉਹ ਨਹੀਂ ਦਿੱਤੀ ਜਾ ਸਕਦੀ। ਪਰ ਹਾਂ ਇਹ ਸਰਕਾਰ ਦਾ ਇੱਕ ਫਰਜ਼ ਹੈ ਇੱਕ ਅਧਿਕਾਰ ਹੈ ਕਿ ਉਸ ਨੂੰ ਜੋ ਹੈ ਨਸ਼ੀਲੇ ਪਦਾਰਥਾਂ ਨੂੰ ਜੋ ਹੈ ਉਹ ਬੰਦ ਕਰਨਾ ਚਾਹੀਦਾ ਹੈ। ਸੋ ਜੇਕਰ ਨਸ਼ੀਲੇ ਪਦਾਰਥਾਂ ਨੂੰ ਬੰਦ ਕੀਤਾ ਜਾਵੇਗਾ ਤਾਂ ਲੋਕ ਕੀ ਕਰਨਗੇ ਲੋਕ ਕੰਮਾਂ ਵੱਲ ਨੂੰ ਜਾਣਗੇ ਮਿਹਨਤ ਕਰਨਗੇ ਠੀਕ ਹੈ। ਸੋ ਆਰਟੀਕਲ 48 ਸਾਨੂੰ ਕਹਿੰਦਾ ਹੈ ਕਿ ਗ੍ਰਾਮੀਣ ਕੰਮਾਂ ਨੂੰ ਜੋ ਹੈ ਵਧਾਵਾ ਦਿੱਤਾ ਜਾਣਾ ਚਾਹੀਦਾ ਹੈ ਰਾਜ ਦੇ ਵਿੱਚ ਸਰਕਾਰ ਦੁਆਰਾ ਨਸ਼ਿਆਂ ਨੂੰ ਬੰਦ ਕਰਨਾ ਚਾਹੀਦਾ ਹੈ 47 ਆਰਟੀਕਲ ਦੇ ਵਿੱਚ ਤੇ ਕੰਮਾਂ ਨੂੰ ਜੋ ਹੈ ਜੋ ਘਰੇਲੂ ਕੰਮ ਹਨ ਪਿੰਡਾਂ ਵਾਲੇ ਕੰਮ ਜੋ ਕੁਟੀਰ ਉਦਯੋਗ ਹਨ ਗ੍ਰਾਮੀਣ ਉਦਯੋਗ ਹਨ ਕੰਮ ਹਨ ਉਹਨਾਂ ਨੂੰ ਵਧਾਉਣਾ ਚਾਹੀਦਾ ਹੈ। ਆਰਟੀਕਲ 48 ਦੇ ਵਿੱਚ ਇਸ ਦੀ ਜੋ ਹੈ ਗੱਲ ਕੀਤੀ ਗਈ ਹੈ। ਸੋ ਤੁਸੀਂ ਜੋ ਹੈ ਦੇਖ ਸਕਦੇ ਹੋ ਇਸ ਦੇ ਨਾਲ ਹੀ ਆਰਟੀਕਲ 48A ਕੀ ਕਹਿੰਦਾ ਹੈ ਕਿ ਵਾਤਾਵਰਣ ਦੀ ਸਾਂਭ ਸੰਭਾਲ ਸੁਰੱਖਿਆ ਜੋ ਹੈ ਬਹੁਤ ਹੀ ਜ਼ਿਆਦਾ ਜੋ ਹੈ ਇੰਪੋਰਟੈਂਟ ਹੈ। ਆਰਟੀਕਲ 48A ਦੇ ਵਿੱਚ ਜੋ ਵਾਤਾਵਰਣ ਦੀ ਜੋ ਸਾਂਭ ਸੰਭਾਲ ਦੀ ਜੋ ਹੈ ਉਹ ਗੱਲ ਕੀਤੀ ਗਈ ਹੈ। ਇਸ ਦੇ ਵਿੱਚ ਜੋ ਹੈ ਜਿਵੇਂ ਪੌਦੇ ਲਗਾਉਣੇ ਰੁੱਖ ਲਗਾਉਣੇ ਠੀਕ ਹੈ ਇਸ ਦੇ ਵਿੱਚ ਸੰਬੰਧੀ ਜੋ ਬਹੁਤ ਸਾਰੀਆਂ ਵਿਵਸਥਾਵਾਂ ਕੀਤੀਆਂ ਜਾਂਦੀਆਂ ਹਨ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਠੀਕ ਹੈ। ਸੋ ਇੱਕ ਕਲਿਆਣਕਾਰੀ ਰਾਜ ਦੇ ਸਮਾਜ ਦੇ ਨਿਰਮਾਣ ਦੇ ਲਈ ਸਾਰੀਆਂ ਗੱਲਾਂ ਜੋ ਇੱਕ ਸਿਧਾਂਤ ਨਿਰਦੇਸ਼ਕ ਸਿਧਾਂਤ ਹਨ। ਜੇਕਰ ਸਰਕਾਰ ਜੋ ਹੈ ਫਾਈਨੈਂਸ਼ਲੀ ਸਟਰੋਂਗ ਹੋਵੇ ਤਾਂ ਉਹ ਨਸ਼ੇ ਵੀ ਬੰਦ ਕਰਾ ਸਕਦੀ ਹੈ ਠੀਕ ਹੈ। ਉਹ ਵਾਤਾਵਰਣ ਦੀ ਸਾਂਭ ਸੰਭਾਲ ਦੇ ਲਈ ਹੋਰ ਵੀ ਵਧੀਆ ਸਟੈਪ ਚੁੱਕ ਸਕਦੀ ਹੈ। ਸੋ ਇਹ ਸਾਰੇ ਜੋ ਸਰਕਾਰ ਦੇ ਫਰਜ਼ ਹਨ ਇਹ ਸਰਕਾਰ 'ਤੇ ਡਿਪੈਂਡ ਕਰਦਾ ਹੈ ਠੀਕ ਹੈ। ਇਸ ਦੇ ਨਾਲ ਹੀ ਜੋ ਹੈ ਅਸੀਂ ਗੱਲ ਕਰਦੇ ਹਾਂ ਨੈਕਸਟ ਆਰਟੀਕਲ ਦੀ 49 ਦੇ ਵਿੱਚ ਕੀ ਹੈ ਰਾਸ਼ਟਰੀ ਮਹੱਤਵ ਰੱਖਣ ਵਾਲੇ ਜੋ ਸਮਾਰਕ ਹੁੰਦੇ ਹਨ ਜੋ ਸਥਲ ਹੁੰਦੇ ਹਨ ਉਹਨਾਂ ਦਾ ਰੱਖ ਰਖਾਵ ਕਰਨਾ ਜੋ ਕਿਸ ਦੀ ਜ਼ਿੰਮੇਵਾਰੀ ਹੈ ਸਾਡੇ ਸਰਕਾਰ ਦੀ ਜੋ ਹੈ ਜ਼ਿੰਮੇਵਾਰੀ ਹੈ ਲੋਕਾਂ ਦੀ ਜ਼ਿੰਮੇਵਾਰੀ ਹੈ ਸਰਕਾਰ ਦੀ ਜ਼ਿੰਮੇਵਾਰੀ ਹੈ। ਅਧਿਕਾਰ ਜੋ ਹੈ ਸਰਕਾਰ ਨੂੰ ਦਿੱਤਾ ਗਿਆ ਹੈ ਕਿ ਕਿਸੇ ਵੀ ਜੋ ਹੈ ਰਾਸ਼ਟਰੀ ਮਹੱਤਵ ਰੱਖਣ ਵਾਲੇ ਕੋਈ ਵੀ ਸਥਲ ਦਾ ਜੋ ਹੈ ਉਹਨੂੰ ਨੁਕਸਾਨ ਨਾ ਪਹੁੰਚਾਇਆ ਜਾਵੇ। ਕੋਈ ਵੀ ਧਾਰਮਿਕ ਜੋ ਕੋਈ ਵੀ ਮਹੱਤਵ ਰੱਖਣ ਵਾਲੇ ਜੋ ਰਾਸ਼ਟਰੀ ਮਹੱਤਵ ਰੱਖਦੇ ਹਨ ਚੀਜ਼ਾਂ ਉਹਨਾਂ ਨੂੰ ਨੁਕਸਾਨ ਨਾ ਪਹੁੰਚਾਇਆ ਜਾਵੇ। ਜਿਵੇਂ ਲਾਲ ਕਿਲ੍ਹਾ ਹੈ ਦਿੱਲੀ ਦੇ ਵਿੱਚ ਹੋਰ ਵੀ ਜ਼ਿਆਦਾ ਜੋ ਇਤਿਹਾਸਿਕ ਸਥਾਨ ਆ ਉਹਨਾਂ ਦਾ ਰੱਖ ਰਖਾਵ ਕਿਸ ਆਰਟੀਕਲ ਦੇ ਵਿੱਚ ਗੱਲ ਕੀਤੀ ਗਈ ਹੈ ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤਾਂ ਦੇ ਆਰਟੀਕਲ 49 ਦੇ ਵਿੱਚ। ਸੋ ਤੁਸੀਂ ਇਸ ਨੂੰ ਜੋ ਹੈ ਦੇਖ ਸਕਦੇ ਹੋ। ਨੈਕਸਟ ਆਰਟੀਕਲ ਬਹੁਤ ਹੀ ਇੰਪੋਰਟੈਂਟ ਹੈ 50 ਆਰਟੀਕਲ ਜਿਸ ਦੇ ਵਿੱਚ ਕੀ ਹੈ ਕਾਰਜਪਾਲਿਕਾ ਅਤੇ ਨਿਆਂਪਾਲਿਕਾ ਨੂੰ ਜੋ ਹੈ ਵੱਖਰਾ ਰੱਖਣਾ ਅਲੱਗ-ਅਲੱਗ ਕਰਨਾ ਠੀਕ ਹੈ। ਪਹਿਲਾਂ ਕੀ ਹੁੰਦਾ ਸੀ ਪਹਿਲਾਂ ਕਾਰਜਪਾਲਿਕਾ ਅਤੇ ਨਿਆਂਪਾਲਿਕਾ ਜੋ ਸੀ ਉਹ ਇੱਕ ਇਕੱਠੇ ਜੋ ਸਨ ਠੀਕ ਹੈ। 1973 ਤੋਂ ਪਹਿਲਾਂ ਜੋ ਹੈ ਕ੍ਰਿਮੀਨਲ ਐਂਡ ਜੋ ਐਗਜ਼ੀਕਿਊਟਿਵ ਜੋ ਸੀ ਨਾ ਜੁਡੀਸ਼ੀਅਲ ਅਤੇ ਐਗਜ਼ੀਕਿਊਟਿਵ ਇਹ ਇੱਕ ਇਕੱਠੇ ਕੰਮ ਕਰਦੇ ਸੀ ਠੀਕ ਹੈ। ਪਰ ਬਾਅਦ ਵਿੱਚ ਕੀ ਕੀਤਾ ਗਿਆ ਇਹਨਾਂ ਦੀ ਪਾਵਰ ਜੋ ਹੈ ਉਹ ਅਲੱਗ-ਅਲੱਗ ਕਰ ਦਿੱਤੀ ਗਈ ਠੀਕ ਹੈ।
ਜੋ ਕ੍ਰਿਮੀਨਲ ਹੋਣਗੇ, ਠੀਕ ਹੈ, ਉਹਨਾਂ ਲਈ ਅਲੱਗ ਜੋ ਹੈ ਇੱਕ ਬਣਾ ਦਿੱਤਾ ਗਿਆ। ਉਹਨਾਂ ਦੇ ਜੋ ਮਾਮਲੇ ਹੋਣਗੇ ਇਸ ਕੋਰਟ ਦੇ ਵਿੱਚ ਜਾਣਗੇ। ਜੋ ਸਿਵਲ ਕੋਰਟ ਹੈ ਉਸ ਨੂੰ ਅਲੱਗ ਕਰ ਦਿੱਤਾ ਗਿਆ। ਇਸ ਸੰਬੰਧੀ ਜੋ ਤਲਾਕ, ਵਿਆਹ, ਸ਼ਾਦੀ, ਜੋ ਵੀ ਇਸ ਤਰ੍ਹਾਂ ਦੇ ਮਾਮਲੇ ਉਹ ਅਲੱਗ ਦੇ ਵਿੱਚ ਜਾਣਗੇ। ਸੋ ਕਾਰਜਪਾਲਿਕਾ ਕੰਮ ਕਰੇਗੀ, ਨਿਆਂਪਾਲਿਕਾ ਨੂੰ ਬਿਲਕੁਲ ਉਸ ਤੋਂ ਜੋ ਹੈ ਵੱਖਰਾ ਕਰ ਦਿੱਤਾ ਗਿਆ, ਤਾਂ ਜੋ ਸਿਸਟਮ ਹੈ ਉਸਨੂੰ ਹੋਰ ਵੀ ਵਧੀਆ ਜੋ ਹੈ ਚਲਾਇਆ ਜਾ ਸਕੇ। ਸੋ ਕਾਰਜਪਾਲਿਕਾ ਅਤੇ ਨਿਆਂਪਾਲਿਕਾ ਨੂੰ ਵੱਖਰਾ ਕਰਨ ਦਾ ਪ੍ਰਾਵਧਾਨ ਜੋ ਹੈ ਗੱਲ ਜੋ ਹੈ ਕਿਸ ਦੇ ਵਿੱਚ ਕੀਤੀ ਗਈ ਹੈ, ਆਰਟੀਕਲ 50 ਦੇ ਵਿੱਚ ਕੀਤੀ ਗਈ ਹੈ। ਸੋ ਬਹੁਤ ਹੀ ਇੰਪੋਰਟੈਂਟ ਹੈ, ਤੁਸੀਂ ਇਹ ਸਾਰੇ ਹੀ ਫੈਕਟ ਯਾਦ ਰੱਖਣੇ ਆ। ਸਾਡੇ ਰਾਜ ਦੇ ਨੀਤੀ ਦੇ ਨਿਰਦੇਸ਼ਕ ਸਿਧਾਂਤ ਹਨ ਜੋ ਕਿ ਹੈ ਜੇਕਰ ਸਰਕਾਰ ਅਪਣਾਵੇ, ਇਹ ਸਾਰੇ ਹੀ ਇਹਨਾਂ 'ਤੇ ਜੋ ਹੈ ਅਮਲ ਕੀਤਾ ਜਾਵੇ, ਕੰਮ ਕੀਤਾ ਜਾਵੇ, ਤਾਂ ਸਾਡਾ ਜੋ ਇੱਕ ਜੋ ਸੁਨਹਿਰੀ ਜੋ ਰਾਜ ਦੀ, ਇੱਕ ਕਲਿਆਣਕਾਰੀ ਰਾਜ ਦੀ, ਇੱਕ ਲੋਕਤੰਤਰੀ ਰਾਜ ਦੀ ਜੋ ਇੱਕ ਸੁਪਨਾ ਦੇਖਿਆ ਗਿਆ ਸੀ ਉਸ ਸਮੇਂ, ਜਦੋਂ ਸਲਾਹਕਾਰ ਬਣੇ ਸਨ BN ਰਾਓ, ਅਤੇ ਉਹਨਾਂ ਨੇ ਇਹ ਸਾਰੀਆਂ ਚੀਜ਼ਾਂ ਸੋਚੀਆਂ ਸਨ ਕਿ ਇਹ ਸਾਰੀਆਂ ਨੂੰ ਤਾਂ ਲਾਗੂ ਅਸੀਂ ਜੋ ਹੈ ਫੰਡਾਮੈਂਟਲ ਰਾਈਟਸ ਦੇ ਵਿੱਚ ਨਹੀਂ ਪਾ ਸਕਦੇ, ਪਰ ਹਾਂ ਇਹਨਾਂ ਚੀਜ਼ਾਂ ਨੂੰ ਅਸੀਂ ਜੋ ਹੈ ਨੋਨ ਜਸਟਿਸੇਬਲ ਦੇ ਵਿੱਚ ਇੱਕ ਅਲੱਗ ਨਾਮ ਦੇ ਕੇ ਰਾਜ ਦੇ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਹੇਠ ਸ਼ਾਮਿਲ ਕਰ ਸਕਦੇ ਹਾਂ, ਤਾਂ ਜੋ ਰਾਜ ਆਪਣੀ ਯੋਗਤਾ ਦੇ ਅਨੁਸਾਰ, ਸਰਕਾਰ ਆਪਣੀ ਯੋਗਤਾ ਦੇ ਅਨੁਸਾਰ ਸਮੇਂ-ਸਮੇਂ 'ਤੇ ਜੋ ਹੈ ਇਹਨਾਂ ਨੂੰ ਜੋ ਹੈ ਲਾਗੂ ਕਰਦੀ ਰਹੇ ਅਤੇ ਜੋ ਸੁਧਾਰ ਹੈ ਉਹ ਸਮਾਜ ਦੇ ਵਿੱਚ ਹੁੰਦਾ ਜਾਏ। ਸੋ ਠੀਕ ਹੈ, ਇਹ ਸਾਰੇ ਹੀ ਜੋ ਹੈ ਪ੍ਰਾਵਧਾਨ ਅਸੀਂ ਕੀਤੇ। ਇਸ ਤੋਂ ਬਾਅਦ ਲਾਸਟ ਜੋ ਬਚਦਾ ਹੈ ਸਾਡਾ ਅੰਤਰਰਾਸ਼ਟਰੀ ਸ਼ਾਂਤੀ ਸੁਰੱਖਿਆ ਦੀ ਵਿਵਸਥਾ। ਸੋ ਸਾਡਾ ਜੋ ਉਦਾਰਵਾਦੀ ਜੋ ਵਿਚਾਰਧਾਰਾ ਹੈ ਉਹ ਕਹਿੰਦੀ ਹੈ ਕਿ ਅੰਤਰਰਾਸ਼ਟਰੀ ਸ਼ਾਂਤੀ ਹੋਣੀ ਚਾਹੀਦੀ ਹੈ, ਉਸਦੀ ਸੁਰੱਖਿਆ ਲਈ ਉਸਦੇ ਲਈ ਵਿਵਸਥਾਵਾਂ ਹੋਣੀਆਂ ਚਾਹੀਦੀਆਂ ਹਨ। ਸੋ ਅੰਤਰਰਾਸ਼ਟਰੀ ਸ਼ਾਂਤੀ ਸੁਰੱਖਿਆ ਦੀ ਵਿਵਸਥਾ ਦੀ ਗੱਲ ਕਿਹੜੇ ਆਰਟੀਕਲ ਦੇ ਵਿੱਚ ਕੀਤੀ ਗਈ ਹੈ, ਤਾਂ ਇਹ ਉਹ ਆਰਟੀਕਲ ਹੈ 51 ਜੋ ਲਾਸਟ ਆਰਟੀਕਲ ਹੈ ਰਾਜ ਦੇ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦਾ। ਅਸੀਂ ਆਰਟੀਕਲ 36 ਤੋਂ ਜੋ ਹੈ ਰਾਜ ਦੇ ਨੀਤੀ ਦੇ ਨਿਰਦੇਸ਼ਕ ਸਿਧਾਂਤ ਕੀਤੇ, ਜਿਸ ਦੇ ਵਿੱਚ 36 ਦੇ ਵਿੱਚ ਰਾਜ ਦੀ ਵਿਵਸਥਾ, ਰਾਜ ਦੀ ਪਰਿਭਾਸ਼ਾ ਆ ਗਈ, ਅਤੇ ਲਾਸਟ ਜੋ ਆਰਟੀਕਲ ਦੇ ਵਿੱਚ ਇਹ ਖਤਮ ਕਿੱਥੇ ਗੱਲ ਹੁੰਦੀ ਹੈ ਜਾ ਕੇ, ਅੰਤਰਰਾਸ਼ਟਰੀ ਸ਼ਾਂਤੀ ਸੁਰੱਖਿਆ ਦੀ ਵਿਵਸਥਾ 'ਤੇ ਜਾ ਕੇ। ਸੋ ਅੰਤਰਰਾਸ਼ਟਰੀ ਜੋ ਸ਼ਾਂਤੀ ਬਣਾਈ ਰੱਖਣਾ, ਕਿਸੇ ਵੀ ਤਰ੍ਹਾਂ ਦਾ ਲੜਾਈ ਝਗੜਾ ਕਿਸੇ ਵੀ ਦੇਸ਼ ਨਾਲ ਨਾ ਰੱਖਣਾ, ਇੱਕ ਸ਼ਾਂਤੀ ਸਥਾਪਿਤ ਕਰਨ ਦਾ ਪ੍ਰਾਵਧਾਨ 51 ਆਰਟੀਕਲ ਦੇ ਵਿੱਚ ਜੋ ਹੈ ਉਹ ਕੀਤਾ ਗਿਆ ਹੈ। ਸੋ ਅਸੀਂ ਇਹ ਸਾਰੇ ਜੋ ਰਾਜ ਦੇ ਨੀਤੀ ਦੇ ਨਿਰਦੇਸ਼ਕ ਸਿਧਾਂਤ ਹਨ, ਇਹਨਾਂ ਨੂੰ ਜੋ ਹੈ ਬਹੁਤ ਹੀ ਡੀਪਲੀ ਵੇ ਦੇ ਨਾਲ ਸਮਝ ਚੁੱਕੇ ਹਾਂ ਕਿ ਕਿਸ ਆਰਟੀਕਲ ਦੇ ਵਿੱਚ ਜੋ ਹੈ ਕੀ ਚੀਜ਼ਾਂ ਗੱਲ ਕੀਤੀ ਗਈ ਹੈ, ਕਿਹੜੀ ਸੋਚ ਨੂੰ ਲੈ ਕੇ ਇਹ ਜੋ ਸਾਡੇ ਰਾਜ ਦੇ ਨੀਤੀ ਦੇ ਨਿਰਦੇਸ਼ਕ ਸਿਧਾਂਤ ਬਣਾਏ ਗਏ ਹਨ। ਜੇਕਰ ਗਾਂਧੀਵਾਦੀ ਦੀ ਵਿਚਾਰਧਾਰਾ ਦੇਖਿਆ ਜਾਵੇ ਤਾਂ ਉਹਨਾਂ ਨੇ ਮੋਟਾ ਸੀ, ਜੇਕਰ ਇਸ ਨੂੰ ਬਰੀਫਲੀ ਕੰਬਾਈਨ ਕਰੀਏ ਤਾਂ ਉਹਨਾਂ ਨੇ ਕਿਹਾ ਸੀ ਜੋ ਪੰਚਾਇਤੀ ਰਾਜ ਵਿਵਸਥਾ, ਠੀਕ ਹੈ, ਹੋਣੀ ਚਾਹੀਦੀ ਹੈ। ਕੁਟੀਰ ਉਦਯੋਗਾਂ ਨੂੰ ਜੋ ਹੈ ਬੜਾਵਾ ਮਿਲਣਾ ਚਾਹੀਦਾ ਹੈ, ਠੀਕ ਹੈ, ਇੱਕ ਸਮਾਨ ਅਧਿਕਾਰ ਸਭ ਨੂੰ ਦੇਣੇ ਚਾਹੀਦੇ ਹਨ। ਉਦਾਰਵਾਦੀ ਵੀ ਇਹੀ ਜੋ ਲੋਕ ਕਲਿਆਣਕਾਰੀ ਸਮਾਜ ਦੀ ਜੋ ਹੈ ਸਥਾਪਨਾ ਦੇ ਲਈ ਗੱਲ ਕਰਦੇ ਹਨ। ਜੋ ਉਦਾਰਵਾਦੀ ਹਨ, ਸਮਾਜਵਾਦੀ ਹਨ, ਇੱਕ ਸਮਾਨ ਜੋ ਵਿਤਕਰੇ, ਵੰਡ ਅਤੇ ਜੋ ਹੈ ਨਿਆਂ ਅਤੇ ਜੋ ਹੈ ਸਾਰੀ ਜੋ ਰਾਜ ਦੇ ਨਿਰਮਾਣ ਦੀ ਗੱਲ ਕਰਦੇ ਹਨ। ਸੋ ਰਾਜ ਦੇ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦੇ ਵਿੱਚ ਇਹੀ ਜੋ ਹੈ ਮੇਨ ਚੀਜ਼ਾਂ ਜੋ ਇੱਕ ਕਲਿਆਣਕਾਰੀ ਰਾਜ ਦੇ ਬਣਾਉਣ ਦੇ ਲਈ ਜ਼ਰੂਰੀ ਹਨ, ਉਹਨਾਂ ਦੀ ਗੱਲ ਕੀਤੀ ਗਈ ਹੈ। ਸੋ ਆਈ ਹੋਪ ਤੁਹਾਨੂੰ ਜੋ ਹੈ ਸਾਰੇ ਹੀ ਆਰਟੀਕਲ ਜੋ ਹਨ ਇਸ ਦੇ ਵਿੱਚ ਪਤਾ ਲੱਗਿਆ ਹੋਏਗਾ ਕਿ ਕਿਸ ਆਰਟੀਕਲ ਦੇ ਵਿੱਚ ਕਿਸ ਚੀਜ਼ ਦੀ ਗੱਲ ਕੀਤੀ ਗਈ ਹੈ। ਕਿਸੇ ਵੀ ਕੁਐਸਚਨ ਨੂੰ ਜੋ ਹੈ, ਕਿਸੇ ਵੀ ਫੈਕਟ ਨੂੰ ਆਬਜੈਕਟਿਵ ਟਾਈਪ ਜੋ ਹੈ ਕਿਸੇ ਵੀ ਤਰ੍ਹਾਂ ਜੋ ਜਿਵੇਂ ਪੁੱਛਿਆ ਜਾ ਸਕਦਾ ਹੈ, ਸਵੈ ਰੋਜ਼ਗਾਰ ਦੀ ਗੱਲ ਕਿਸ ਆਰਟੀਕਲ ਦੇ ਵਿੱਚ ਕੀਤੀ ਗਈ ਹੈ, ਪੰਚਾਇਤੀ ਰਾਜ ਦੀ ਵਿਵਸਥਾ ਕਿਸ ਆਰਟੀਕਲ ਦੇ ਵਿੱਚ ਕੀਤੀ ਗਈ ਹੈ, ਇਸ ਤਰ੍ਹਾਂ ਤੁਹਾਨੂੰ ਪੁੱਛਿਆ ਜਾ ਸਕਦਾ ਹੈ। ਚਾਹੇ ਅਸੀਂ ਪਹਿਲਾਂ ਅਨੁਸੂਚੀਆਂ ਦੀ ਜੋ ਇੱਕ ਵੀਡੀਓ ਵੀ ਕਰ ਚੁੱਕੇ ਹਾਂ, ਚਾਹੇ ਤੁਹਾਨੂੰ ਅਨੁਸੂਚੀਆਂ ਦੇ ਵਿੱਚ ਪੁੱਛ ਲਿਆ ਜਾਵੇ, ਚਾਹੇ ਤੁਹਾਨੂੰ ਆਰਟੀਕਲ ਪੁੱਛ ਲਿਆ ਜਾਣ। ਸੋ ਤੁਹਾਨੂੰ ਜੋ ਹੈ ਸਾਰੇ ਫੈਕਟ ਜੋ ਹਨ ਕਲੀਅਰ ਹੋਣੇ ਚਾਹੀਦੇ ਹਨ, ਤਾਂ ਕਿ ਆਉਣ ਵਾਲੇ ਐਗਜ਼ਾਮ ਦੇ ਵਿੱਚ ਤੁਹਾਨੂੰ ਕੋਈ ਵੀ ਕਨਫਿਊਜ਼ਨ ਕਿਸੇ ਵੀ ਆਰਟੀਕਲ ਦੇ, ਕਿਸੇ ਵੀ ਫੈਕਟ ਜੋ ਸਿਵਿਕਸ ਨਾਲ ਰਿਲੇਟਡ ਹੈ ਉਸ ਦੇ ਨਾਲ ਨਾ ਹੋਵੇ। ਸੋ ਫਰੈਂਡਸ, ਆਈ ਹੋਪ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਏਗੀ। ਤੁਸੀਂ ਜੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਹੈ, ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਨਾ ਹੈ ਫਰੈਂਡਸ। ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ ਫਰੈਂਡਸ। ਥੈਂਕ ਯੂ।